ਸਤਿਨਾਮ ਵਾਹਿਗੁਰੂ। ਸਤਿਨਾਮ ਧੰਨ ਵਾਹਿਗੁਰੂ। ਸਾਹਿਬ ਜੀਓ। ਧੰਨ ਵਾਹਿਗੁਰੂ। ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸੋਂ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇਹੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ। ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਵੇਸਾਹੁ। ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਸਮੁੱਚੀ ਮਾਨਵਤਾ ਲੋਕਾਈ ਨੂੰ ਹੁਕਮ ਰੂਪ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਇਹ ਅੰਮ੍ਰਿਤ ਬਚਨ ਆਦਿ ਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਅਸ਼ਟਪਦੀ ਦੇ ਰੂਪ ਵਿੱਚ ਦਾਤਾਰ ਜੀ ਦੇ ਇਹ ਅੰਮ੍ਰਿਤ ਬਚਨ ਦਰਜ ਨੇ। ਇਸ ਵਿੱਚ ਸਤਿਗੁਰਾਂ ਨੇ ਗੁਰੂ ਨੂੰ ਸਮੁੰਦਰ ਨਾਲ ਤੁਲਨਾ ਦਿੱਤੀ, ਰੂਪਕ ਜਾਂ ਬਿੰਬ ਵਰਤਿਆ ਤੇ ਉਸ ਦੇ ਨਾਲ ਸਿੱਖ ਨੂੰ, ਸੰਤ ਨੂੰ, ਗੁਰਮੁਖ ਨੂੰ, ਨਾਮ ਅਭਿਆਸੀ, ਨਾਮ ਰਸੀਏ ਨੂੰ ਹੰਸ ਦੇ ਨਾਲ ਤੁਲਨਾ ਦਿੱਤੀ। ਮਨਮੁਖ ਬਿਰਤੀ ਵਾਲਾ ਬੰਦਾ ਜਿਸ ਨੂੰ ਗੁਣਾਂ ਦੀ ਕੋਈ ਕਦਰ ਨਹੀਂ, ਜਿਸ ਨੂੰ ਰੂਹਾਨੀਅਤ ਦੀ ਕੋਈ ਸਮਝ ਨਹੀਂ, ਉਸ ਦਾ ਜ਼ਿਕਰ ਹਜ਼ੂਰ ਨੇ ਬਗਲੇ ਦੇ ਰੂਪ ਵਿੱਚ ਕੀਤਾ। ਫਿਰ ਇਸ ਸਾਰੀ ਅਸ਼ਟਪਦੀ ਵਿੱਚ ਸਿਮਰਨ ਕਰਨ ਵਾਲਾ ਉਸ ਦੀ ਕੀ ਅਵਸਥਾ ਹੈ, ਉਸ ਸੰਬੰਧੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਅਸ਼ਟਪਦੀ ਦੇ ਅੱਖਰੀ ਅਰਥ ਸਮੇਂ ਅਨੁਸਾਰ ਇਸ ਦੀ ਵਿਆਖਿਆ ਔਰ ਇਸ ਦੇ ਭਾਵ ਅਰਥ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਬਖਸ਼ਿਸ਼, ਆਪਣੀ ਕਿਰਪਾ, ਆਪਣੀ ਕਲਾ ਵਰਤਾਨ ਆਪ ਵਿੱਚ ਵਰਤ ਕੇ ਸਤਿਗੁਰੂ ਧੁਰ ਅੰਦਰ ਇਕਾਗਰਤਾ ਦੀ ਦਾਤ ਬਖਸ਼ੋ। ਆਪ ਜੀ ਦੇ ਇਸ ਅੰਮ੍ਰਿਤ ਸ਼ਬਦ ਨੂੰ ਸਿਫਤ ਸਲਾਹ ਦੇ ਰੂਪ ਅੰਦਰ
ਭਾਵਨਾ ਸ਼ਰਧਾ ਭੈ ਵਿੱਚ ਰਹਿ ਕੇ ਵਿਚਾਰ ਕਰਨ ਦੀ ਦਾਤ ਬਖਸ਼ੋ। ਸਾਧ ਸੰਗਤ ਥੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਨਾਸਰੀ ਹੈ ਔਰ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਪਵਿੱਤਰ ਸ਼ਬਦ ਬਾਣੀ ਉਚਾਰਨ ਕੀਤੀ ਹੈ ਉਹ 19 ਰਾਗਾਂ ਦੇ ਅੰਦਰ ਦਰਜ ਹੈ, ਜਾਂ ਇਉਂ ਕਹਿ ਲਈਏ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਉਸ ਵਿੱਚ ਕੁਝ ਬਚਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਉੱਪਰ ਰਾਗ ਦੀ ਕੋਈ ਪਾਬੰਦੀ ਨਹੀਂ, ਕੋਈ ਬੰਦਿਸ਼ ਨਹੀਂ ਹੈ, ਉਹ ਕਾਵਿ ਰੂਪ ਹੀ, ਉਹ ਕਾਵਿਕ ਰੂਪ ਨੇ। ਜਿਵੇਂ ਜਪਜੀ ਸਾਹਿਬ ਹੈ, ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ, ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੇ ਇਸੇ ਦੇ ਨਾਲ ਕੀ ਸ਼ਲੋਕ 12 ਤੇ ਵਧੇਕ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕ ਨੇ। ਸ਼ਲੋਕ ਸੰਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਸ਼ਲੋਕ ਨੇ, ਉਹਨਾਂ ਉੱਪਰ ਕੋਈ ਰਾਗ ਦੀ ਬੰਦਿਸ਼ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪਾਠ ਕਰਨੇ ਆ ਬਾਬਾ ਜੀ ਦੀ ਅੰਮ੍ਰਿਤ ਬਾਣੀ ਦਾ, ਤੇ ਦੂਸਰੇ ਗੁਰੂ ਸਾਹਿਬਾਨਾਂ ਦੇ ਅੰਮ੍ਰਿਤ ਬੋਲ ਪੜ੍ਹਨੇ ਆ, ਸੱਚ ਇਹ ਵੇ ਕਿ ਮੂਲ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਬਾਣੀ ਦੀ ਹੀ ਵਿਆਖਿਆ ਗੁਰੂ ਜੋਤ ਬਾਕੀ ਕਰ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰਾਗ ਧਨਾਸਰੀ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਬਚਨ, ਘਰ ਦੂਜੇ ਵਿੱਚ ਇਸ ਨੂੰ ਗਾਇਨ ਕਰਨ ਦਾ ਹੁਕਮ ਹੈ। ਤੇ ਸਤਿਗੁਰਾਂ ਨੇ ਇੱਥੇ ਅਸ਼ਟਪਦੀਆਂ ਸ਼ਬਦ ਵਰਤਿਆ ਹੈ ਸਰਲੇਖ ਵਿੱਚ। ਇਹਦਾ ਮਤਲਬ ਜਿਹੜੇ ਇਹ ਪਦੇ ਅੱਗੇ ਆਪ ਜੀ ਪੜੋਗੇ, ਇਹ ਮੁਕੰਮਲ ਸ਼ਬਦ ਜਿਹੜਾ ਇਹਦੇ 8 ਪਦੇ ਹੋਣਗੇ। ਅਸ਼ਟਪਦੀ ਆਪਾਂ ਤਾਂ ਹੀ ਕਹਿੰਦੇ ਆ, ਪਰ ਇਹਨਾਂ ਅਸ਼ਟਪਦੀਆਂ ਦੇ ਵਿੱਚ ਹੀ ਰਹਾਉ ਦੀਆਂ ਤੁਕਾਂ ਜਿਹੜੀਆਂ ਨੇ ਉਹ ਪਦੇ ਤੋਂ ਵੱਖਰੀਆਂ ਨੇ। ਅਸ਼ਟਪਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਦੂਸਰੇ ਘਰ ਵਿੱਚ ਇਸ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਅਦੁੱਤੀ ਹੈ। ਉਸ ਇੱਕ ਜੈਸਾ ਹੋਰ ਕੋਈ ਨਹੀਂ, ਜਿਸ ਨੂੰ ਸਤਿਗੁਰੂ ਬਾਣੀ ਵਿੱਚ ਵਾਰ-ਵਾਰ ਕਹਿੰਦੇ ਆ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਜਾਂ ਗੁਰਦੇਵ ਬਚਨ ਕਰਦੇ ਆ, ਏਕ ਤੁਈ ਏਕ ਤੂ ਹੀ। ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਜੋ ਇੱਕ ਅਦੁੱਤੀ ਇੱਕ ਰਸ ਹੈ, ਉਸ ਨੂੰ ਮਿਲਣ ਦਾ ਜੋ ਵਸੀਲਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਸਤਿਗੁਰ ਪ੍ਰਸਾਦ। ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ ਜਾ ਸਕਦਾ ਹੈ। ਗੁਰ ਸਾਗਰ ਰਤਨੀ ਭਰਪੂਰੇ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਕੀਤੀ। ਗੁਰ ਇਹਦੇ ਅਰਥ ਕਰਾਂਗੇ ਸਤਿਗੁਰੂ ਜਾਂ ਗੁਰੂ, ਕਿਉਂਕਿ ਬਾਣੀ ਵਿੱਚ ਗੁਰ, ਗੁਰੂ, ਸਤਿਗੁਰੂ, ਸਤਿਗੁਰ ਸ਼ਬਦ ਇਹਨਾਂ ਸਾਰੇ ਅੰਮ੍ਰਿਤ ਬਚਨਾਂ ਦੀ ਹਜ਼ੂਰ ਨੇ ਵਰਤੋਂ ਕੀਤੀ ਹੈ। ਗੁਰ ਸਾਗਰ, ਸਾਗਰ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਸਮੁੰਦਰ। ਕਹਿੰਦੇ ਨੇ ਸਤਿਗੁਰੂ ਇੱਕ ਸਮੁੰਦਰ ਵੱਤ ਹੈ, ਸਮੁੰਦਰ ਦੀ ਤਰ੍ਹਾਂ ਹੈ। ਕਿਉਂਕਿ ਇਸ ਸ਼ਬਦ ਦੇ ਜਦੋਂ ਆਪਾਂ ਅਰਥ ਕਰਨੇ ਨੇ, ਪਹਿਲਾਂ ਇਹਦੇ ਅੱਖਰੀ ਅਰਥ ਹੋਣਗੇ ਤੇ ਫਿਰ ਉਸ ਅੱਖਰੀ ਅਰਥਾਂ ਵਿੱਚ ਭਾਵ ਕੀ ਹੈ, ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਆ,
ਫਿਰ ਅਸੀਂ ਉਸ ਨੂੰ ਬਾਣੀ ਵਿੱਚੋਂ ਵਾਚਾਂਗੇ। ਹੁਣ ਜੇ ਆਪਾਂ ਇਹ ਸ਼ਬਦ ਕਹਿ ਦਿੱਤਾ ਗੁਰੂ ਸਮੁੰਦਰ ਹੈ, ਤੇ ਕਿਸੇ ਬੰਦੇ ਦੇ ਮਨ 'ਚ ਇਹੀ ਆਵੇਗਾ ਜਿਵੇਂ ਸਮੁੰਦਰ, ਆਪਾਂ ਸਮੁੰਦਰ ਨੂੰ ਤਾਂ ਮੱਥਾ ਨਹੀਂ ਨਾ ਟੇਕਦੇ ਜੀ, ਸਮੁੰਦਰ ਇਸ ਧਰਤੀ ਦੇ ਉੱਤੇ ਹੈ, ਪਰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਸਮੁੰਦਰ ਗੁਰੂ ਹੈ। ਗੁਰੂ ਜੀ ਕਹਿੰਦੇ ਨੇ ਗੁਰੂ ਸਮੁੰਦਰ ਹੈ। ਫਿਰ ਇਸ ਰਮਜ ਨੂੰ ਸਮਝੀਏ, ਗੁਰ ਸਾਗਰ ਗੁਰੂ ਸਮੁੰਦਰ ਹੈ, ਤੇ ਮਹਾਰਾਜ ਬਚਨ ਕਰਦੇ ਨੇ ਰਤਨੀ ਭਰਪੂਰੇ। ਪਹਿਲਾਂ ਇਹਦੇ ਅਰਥ ਕਰ ਰਹੀ ਆਪਾਂ। ਰਤਨੀ ਦਾ ਅਰਥ ਹੈ ਰਤਨਾਂ ਨਾਲ, ਜਿਹੜੇ ਕੀਮਤੀ ਹੀਰੇ ਰਤਨ ਹੁੰਦੇ ਆ। ਭਰਪੂਰੇ ਦਾ ਅਰਥ ਹੁੰਦਾ ਨਕਾ ਨਕ ਭਰਿਆ ਹੋਇਆ, ਜਿਸ ਵਿੱਚ ਕੋਈ ਗੁੰਜਾਇਸ਼ ਹੀ ਨਹੀਂ ਖਾਲੀ ਦੀ, ਪੂਰੇ ਦਾ ਪੂਰਾ ਮੁਕੰਮਲ ਤੌਰ ਤੇ ਨਕੋ ਨਕ ਭਰਿਆ ਹੋਇਆ, ਕੰਢਿਆਂ ਤੱਕ ਭਰਿਆ ਹੋਇਆ। ਇਹਦਾ ਮਤਲਬ ਹੋ ਗਿਆ ਗੁਰੂ ਸਮੁੰਦਰ ਹੈ, ਅਖਰੀ ਅਰਥ ਇਹ ਨੇ। ਤੇ ਗੁਰੂ ਸਮੁੰਦਰ ਰਤਨਾਂ ਦੇ ਨਾਲ ਨਕੋ ਨਕ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਭਰਿਆ ਹੋਇਆ ਹੈ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਮੁੰਦਰ ਰਤਨਾਂ ਨਾਲ ਭਰਪੂਰ ਹੈ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਦਾ ਲਫ਼ਜ਼ੀ ਅਰਥ ਤੇ ਆਪਾਂ ਕਰਾਂਗੇ ਨਾਮ ਅੰਮ੍ਰਿਤ। ਆਪ ਰੋਜ਼ ਕਥਾ ਵਿਚਾਰ ਸਰਵਣ ਕਰ ਦੇਖੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਉਚਾਰਨ ਵਿੱਚ ਇੱਕ ਨੇ, ਪਰ ਉਹ ਬਹੁ ਅਰਥ ਰੱਖਦੇ ਨੇ। ਉਚਾਰਨ ਦਾ ਇੱਕੋ ਜਿਹਾ ਹੈ, ਪਰ ਉਹਦੇ ਅਰਥ ਬਹੁਤ ਮਿਲਣਗੇ ਸਾਨੂੰ। ਹੁਣ ਸ਼ਬਦ ਸਤਿਗੁਰੂ ਨੇ ਕਿਹਾ ਅੰਮ੍ਰਿਤ, ਅਸੀਂ ਅੰਮ੍ਰਿਤ ਦਾ ਅਰਥ ਜਦੋਂ ਬਾਣੀ ਚੋਂ ਪੜਾਂਗੇ ਤੇ ਇਸ ਨੂੰ ਇਕੱਲਾ ਅੰਮ੍ਰਿਤ ਸ਼ਬਦ ਕਹਿ ਕੇ ਅਰਥ ਨਹੀਂ ਟੁਕਣਗੇ। ਜਦੋਂ ਅਸੀਂ ਮੁਕੰਮਲ ਤੁਕ ਪੜਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਕਿਸ ਅਰਥ ਵਿੱਚ ਲਿਆ ਹੈ। ਫਿਰ ਇਸ ਨੂੰ ਮੈਂ ਦੁਬਾਰਾ ਦੁਹਰਾ ਦੇਣਾ। ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ, ਠੀਕ ਹੈ, ਸਾਡੇ ਕੋਲ ਅੱਜ ਕੋਸ਼ ਹਨ ਜਿਨ੍ਹਾਂ ਵੀ ਸਾਨੂੰ ਸੁਗੜ ਵਿਦਵਾਨਾਂ ਦੀ ਘਾਲ ਕਮਾਈ ਕਰਕੇ ਉਹ ਸ਼ਬਦ ਕਿਸ ਕਿਸ ਰੂਪ ਵਿੱਚ ਆਇਆ ਹੈ ਤੇ ਉਹ ਸਾਨੂੰ ਅਰਥ ਕੋਸ਼ ਵਿੱਚੋਂ ਮਿਲ ਜਾਂਦੇ ਆ। ਪਰ ਜੇ ਕਿਸੇ ਗਿਆਨੀ ਨੂੰ, ਕਿਸੇ ਕਥਾ ਵਿਚਾਰ ਕਰਨ ਵਾਲੇ ਨੂੰ ਅਸੀਂ ਇਹ ਸ਼ਬਦ ਕਹੀਏ ਜੀ ਭਾਈ ਸਾਹਿਬ ਜੀ ਅੰਮ੍ਰਿਤ ਦਾ ਅਰਥ ਕੀ ਹੈ, ਉਹ ਅਗਲੀ ਗੱਲ ਪੁੱਛੇਗਾ ਵੀ ਤੂੰ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਤੁਕ ਵਿੱਚ ਵਰਤਿਆ, ਉਹਦੇ ਬਾਰੇ ਪੁੱਛਣਾ ਚਾਹੁੰਦਾ, ਤੁਕ ਦੱਸ। ਕਿਉਂਕਿ ਇਕੱਲੇ ਸ਼ਬਦ ਦੇ ਅਰਥ ਨਹੀਂ ਹੋਣਗੇ। ਹੁਣ ਅੰਮ੍ਰਿਤ ਬਾਣੀ ਵਿੱਚ ਤਾਂ ਇਹ ਵੀ ਬਚਨ ਹੁੰਦਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਪਸ਼ੂ ਜਿਹੜਾ ਉਹ ਘਾਹ ਖਾਂਦਾ ਹੈ, ਆ ਖੜ ਪੱਠੇ ਖਾਂਦਾ ਹੈ, ਤੇ ਪਰ ਉਹ ਅੰਮ੍ਰਿਤ ਦਿੰਦਾ ਹੈ। ਹੁਣ ਉੱਥੇ ਅੰਮ੍ਰਿਤ ਦੇ ਲਫ਼ਜ਼ੀ ਉਚਾਰਨ ਤਾਂ ਇੱਕ ਹੈ ਨਾ ਜੀ, ਪਰ ਅਰਥ ਆ ਨਹੀਂ ਟੁਕੇਗਾ ਜਿਹੜਾ ਇੱਥੇ ਅੰਮ੍ਰਿਤ ਸ਼ਬਦ ਹੈ। ਉੱਥੇ ਅੰਮ੍ਰਿਤ ਦਾ ਲਫ਼ਜ਼ੀ ਅਰਥ ਆਪਾਂ ਕਰਾਂਗੇ ਦੁੱਧ। ਉਚਾਰਨ ਅੰਮ੍ਰਿਤ ਹੈ, ਅਰਥ ਉਹਦਾ ਦੁੱਧ ਹੈ। ਜਿਵੇਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਹੋਰ ਵੀ ਬੇਅੰਤ ਸ਼ਬਦ ਐਸੇ ਕਹੇ ਆ ਕਿ ਜਿਸ ਵਿੱਚ ਅਸੀਂ ਜਿਵੇਂ ਅੰਮ੍ਰਿਤ ਸ਼ਬਦ ਬਾਣੀ ਵੀ ਕਿਹਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਉੱਥੇ ਬਾਣੀ ਨਾਲ ਅੰਮ੍ਰਿਤ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਉੱਥੇ ਮਹਾਰਾਜ ਜੀ ਨੇ ਨਾਮ ਨੂੰ ਅੰਮ੍ਰਿਤ ਕਿਹਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸੋਇਨ ਕਟੋਰੀ ਅੰਮ੍ਰਿਤ ਭਰੀ, ਉਹ ਸੋਨੇ ਦੀ ਭਰੀ ਕੋਈ ਅੰਮ੍ਰਿਤ ਨਾਲ ਕਟੋਰੀ, ਸੋਨੇ ਦੀ ਕਟੋਰੀ ਅੰਮ੍ਰਿਤ ਨਾਲ ਭਰੀ, ਉੱਥੇ ਅੰਮ੍ਰਿਤ ਦਾ ਅਰਥ ਦੁੱਧ ਹੈ। ਖੈਰ ਆਪਾਂ ਜ਼ਿਆਦਾ ਇਸ ਡਿਟੇਲ 'ਚ ਨਹੀਂ, ਪਰ ਇੰਨੀ ਕੁ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਸ਼ਬਦ ਨੂੰ ਵਿਚਾਰਨ ਲੱਗਿਆਂ ਉਹ ਸ਼ਬਦ ਕਿਸ ਤੁਕ ਵਿੱਚ ਸਤਿਗੁਰੂ ਨੇ ਵਰਤਿਆ ਤੇ ਉਸ ਤੁਕ ਵਿੱਚ ਅਰਥ ਉਹਦੇ ਵੱਖਰੇ ਹੋਣਗੇ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰੂ ਸਮੁੰਦਰ ਭਰਿਆ ਹੈ ਰਤਨਾਂ ਨਾਲ, ਤੇ ਇਸ ਵਿੱਚੋਂ ਜਿਹੜੇ ਰਸ ਚੁਗਣ ਵਾਲੇ ਨੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਸੰਤ ਦਾ ਅਰਥ ਗੁਰਮੁਖ ਜਨ, ਨਾਮ ਜਪਣ ਵਾਲੇ ਅਭਿਆਸੀ, ਜਿਨ੍ਹਾਂ ਉੱਪਰ ਸਤਿਗੁਰਾਂ ਦੀ ਕਿਰਪਾ ਵਰਤ ਗਈ, ਉਹ ਇਸ ਗੁਰੂ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਚੁਗਦੇ ਨੇ। ਯਾਦ ਰੱਖਿਓ, ਹਾਲਾਂਕਿ ਅੰਮ੍ਰਿਤ ਪੀਤਾ ਜਾਂਦਾ ਹੈ, ਚੁਗਣਾ ਸ਼ਬਦ ਵਰਤਿਆ,
ਸਤਿਗੁਰੂ ਦੀ ਬਾਣੀ ਦਾ ਪਾਠ ਕਰਦਿਆਂ ਦਾਤਾ ਜੀ ਨੇ ਅੰਮ੍ਰਿਤ ਨੂੰ ਖਾਣ ਨਾਲ ਵੀ ਸ਼ਬਦ ਵਰਤਿਆ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ। ਹੁਣ ਪੀਣਾ ਵੀ ਕਿਹਾ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ। ਇੱਥੇ ਅੰਮ੍ਰਿਤ ਚੁਗਣ ਦੀ ਗੱਲ ਕੀਤੀ, ਕਿਉਂਕਿ ਜਿਹੜਾ ਰਤਨ ਹੈ ਉਹ ਪੀਤਾ ਨਹੀਂ ਜਾਂਦਾ, ਉਹਨੂੰ ਚੁਗਿਆ ਜਾਏਗਾ, ਚੁਣਨਾ। ਇਹਦਾ ਅਰਥ ਹੋ ਗਿਆ ਸਤਿਗੁਰੂ ਸਮੁੰਦਰ ਨੇ, ਇਹ ਨਕਾ ਨਕ ਰਤਨਾਂ ਨਾਲ ਭਰਿਆ ਹੈ, ਤੇ ਰੱਬ ਦੇ ਪਿਆਰੇ ਜਿਹੜੇ ਸੰਤ ਜਨ ਨੇ ਉਹ ਇਸ ਵਿੱਚੋਂ ਨਾਮ ਅੰਮ੍ਰਿਤ ਨੂੰ ਚੁਗਦੇ ਪਏ ਨੇ। ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ, ਚੁਗਦੇ ਹਨ ਨਹੀਂ ਦੂਰੇ। ਤੇ ਉਹ ਨਾਮ ਜਪਣ ਵਾਲੇ ਜਿਹੜੇ ਨੇ ਉਹ ਕਦੀ ਗੁਰੂ ਸਰੋਵਰ ਤੋਂ ਦੂਰ ਜਾਂਦੇ ਹੀ ਨਹੀਂ ਦੂਰੇ ਦਾ ਅਰਥ ਕਰਾਂਗੇ ਕਿ ਨਾਮ ਅੰਮ੍ਰਿਤ ਨੂੰ ਚੁਣਨ ਵਾਲੇ ਸੰਤ ਜਨ ਉਹ ਕਦੀ ਗੁਰੂ ਤੋਂ ਉਸ ਸਰੋਵਰ ਤੋਂ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਜਿਹੜੇ ਸੰਤ ਜਨ ਨੇ ਉਹ ਖਰੀ ਨਾਮ ਰਸ ਦੀ ਚੋਗ ਚੁਗਦੇ ਪਏ ਆ। ਚੋਗ ਆਪਾਂ ਸ਼ਬਦ ਜਾਣਨੀ ਹੈ ਨਾ ਜੀ, ਕਿਸੇ ਨੂੰ ਚੋਗਾ ਪਾਣਾ, ਦਾਣੇ ਪਾਣੇ ਆਪਾਂ। ਇੱਥੇ ਸਤਿਗੁਰੂ ਕਹਿੰਦੇ ਨੇ ਉਹ ਸੰਤ ਜਨ ਪਰਮਾਤਮਾ ਦੇ ਨਾਮ ਰਸ ਦੀ ਚੋਗ ਚੁਗਦੇ ਪਏ ਆ, ਤੇ ਪਰਮੇਸ਼ਵਰ ਨੂੰ ਇਹ ਪਾਉਂਦਾ ਹੈ, ਇਹ ਚੰਗਾ ਲੱਗਦਾ ਹੈ। ਹਰ ਰਸ ਚੋਗ ਚੁਗੈ, ਹਰੀ ਦੇ ਨਾਮ ਰਸ ਦੀ ਚੋਗ ਚੁਗਦੇ ਆ, ਰਸ ਨੂੰ ਮਾਣ ਰਹੇ ਆ। ਪ੍ਰਭ ਭਾਵੈ, ਇਹ ਪਰਮੇਸ਼ਵਰ ਨੂੰ, ਪ੍ਰਭੂ ਨੂੰ ਭਾ ਰਿਹਾ ਹੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਹੁਣ ਦੇਖੋ ਪਹਿਲਾ ਸ਼ਬਦ ਆਇਆ ਸਾਗਰ। ਹੁਣ ਇੱਥੇ ਸਤਿਗੁਰੂ ਨੇ ਸਾਗਰ ਦੀ ਥਾਂ ਤੇ ਸ਼ਬਦ ਵਰਤਿਆ ਸਰਵਰ। ਸਾਗਰ ਦਾ ਅਰਥ ਸਮੁੰਦਰ ਤੇ ਸਰਵਰ ਦਾ ਅਰਥ ਸਰੋਵਰ। ਪਰ ਇਹ ਸਰਵਰ ਸ਼ਬਦ ਵੀ ਜਿਹੜਾ ਆਪਾਂ ਸਤਿਗੁਰੂ ਵਾਸਤੇ ਹੀ ਵਰਤਾਂਗੇ। ਹਜ਼ੂਰ ਬਚਨ ਕਰ ਰਿਹਾ, ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨੀ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਸਰਮਰ ਮੈਂ ਹੰਸ ਮਾਨ ਸਰੋਵਰ। ਹੰਸ ਦਾ ਅਰਥ ਆਪ ਜਾਣਦੇ ਹੋ, ਬਾਣੀ ਵਿੱਚ ਬੜੀ ਵਾਰੀ ਇਹਦੋਂ ਵਰਤੋਂ ਕੀਤੀ ਗਈ ਹੈ, ਕਿਉਂਕਿ ਹੰਸ ਦੇ ਬਹੁਤ ਗੁਣ ਨੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਨੂੰ, ਬ੍ਰਹਮ ਗਿਆਨੀ ਨੂੰ, ਸੰਤ ਨੂੰ, ਗੁਰਸਿੱਖ ਨੂੰ ਹੰਸ ਨਾਲ ਉਪਮਾ ਦਿੱਤੀ ਗਈ, ਤੇ ਜਿਹੜਾ ਮਨਮੁਖ ਹੈ ਉਹਨੂੰ ਬਗਲੇ ਨਾਲ, ਡੱਡੂ ਨਾਲ, ਇਹਨਾਂ ਨਾਲ ਤੁਲਨਾ ਦਿੱਤੀ ਗਈ। ਗੁਰੂ ਜੀ ਕਹਿੰਦੇ ਨੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਗੁਰੂ ਸਰੋਵਰ ਦੇ ਕੋਲ ਰਹਿ ਕੇ ਹੰਸ ਜਿਹੜਾ ਹੈ, ਸਿੱਖ ਜਿਹੜਾ ਹੈ, ਉਹ ਪ੍ਰਾਣਾ ਦੇ ਪਤੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾ ਲੈਂਦਾ ਹੈ। ਇਹ ਸਤਿਗੁਰੂ ਦੀ ਅਸ਼ਟਪਦੀ ਦਾ ਇਹ ਪਹਿਲਾ ਪਦਾ ਸੰਪੂਰਨ ਹੁੰਦਾ ਹੈ, ਤੇ ਇੱਕ ਇੱਕ ਪਦੇ ਵਿੱਚ ਸਤਿਗੁਰਾਂ ਨੇ 4-4 ਤੁਕਾਂ ਦਿੱਤੀਆਂ ਨੇ। ਆਪਾਂ ਅੱਖਰੀ ਅਰਥ ਵੀ ਕਰੀ ਜਾਾਂਗੇ ਤੇ ਨਾਲ ਨਾਲ ਇਹਦੀ ਵਿਆਖਿਆ ਵੀ ਕਰੀ ਜਾਾਂਗੇ, ਕਿਉਂਕਿ ਅਸ਼ਟਪਦੀ ਰੂਪ ਹੈ, ਸ਼ਬਦ ਲੰਬੇਰਾ ਹੈ। ਹੁਣ ਥੋੜੀ ਇਹਦੀ ਵਿਆਖਿਆ ਹੈ। ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਨੂੰ ਵੀ ਸਮੁੰਦਰ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨੂੰ ਵੀ ਸਮੁੰਦਰ ਕਿਹਾ ਗਿਆ ਹੈ। ਤੇ ਸੱਚ ਇਹ ਵੇ ਗੁਰਮਖੋ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮਾਨਵੀ ਸਰੀਰ ਨੂੰ, ਮਨੁੱਖਾ ਦੇਹੀ ਨੂੰ ਵੀ ਸਤਿਗੁਰਾਂ ਨੇ ਸਮੁੰਦਰ ਕਿਹਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਉੱਥੇ ਸਤਿਗੁਰਾਂ ਨੇ ਸਾਗਰੋ ਰਤਨਾਗਰੋ ਅਕਾਲ ਪੁਰਖ ਨੂੰ ਕਿਹਾ ਹੈ, ਪਰਮਾਤਮਾ ਵਾਸਤੇ ਵਰਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੁੰਦਰ ਸ਼ਬਦ ਜਿਹੜਾ ਹੈ ਉਹ ਗੁਰੂ ਲਈ ਵੀ ਵਰਤਿਆ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਮਹਾਰਾਜ ਜੀ ਨੇ ਉੱਥੇ ਵੀ ਸਮੁੰਦਰ ਸ਼ਬਦ ਵਰਤੇ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਮਨੁੱਖਾ ਦੇਹੀ ਹੈ, ਇਸ ਸਰੀਰ ਲਈ ਵੀ ਸਮੁੰਦਰ ਸ਼ਬਦ ਵਰਤਿਆ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਉੱਥੇ ਸਤਿਗੁਰਾਂ ਨੇ ਇਸ ਸਰੀਰ ਨੂੰ ਵੀ ਮਹਾਰਾਜ ਜੀ ਨੇ ਸਮੁੰਦਰ ਕਿਹਾ ਹੈ, ਇਹਨੂੰ ਵੀ ਰਤਨਾਂ ਨਾਲ ਭਰਪੂਰ ਕਿਹਾ। ਪਰ ਜਿਹੜੇ ਅਰਥ ਅਸੀਂ ਇੱਥੇ ਕਰ ਰਹੇ ਹਾਂ, ਇਹਦਾ ਅਰਥ ਹੈ ਗੁਰੂ ਸਮੁੰਦਰ ਦੀ ਤਰ੍ਹਾਂ ਹੈ। ਗੁਰੂ ਸਮੁੰਦਰ ਰਤਨਾਂ ਨਾਲ ਭਰਪੂਰ ਹੈ। ਇਹ ਅਖਰੀ ਅਰਥ ਨੇ। ਪਿਆਰਿਓ, ਸਮੁੰਦਰ ਵਿੱਚ ਬਹੁਤ ਖਜ਼ਾਨਾ ਪਿਆ ਹੈ, ਉਸ ਦਾ ਪਾਰਾਵਾਰ ਹੀ ਕੋਈ ਨਹੀਂ।
ਇੱਥੇ ਸਿਰਫ ਇੱਕ ਉਦਾਹਰਨ ਸਾਨੂੰ ਦਿੱਤੀ ਸਮਝਾਉਣ ਲਈ। ਉਂਝ ਜੇ ਔਗਣ ਕੱਢਣ ਲੱਗਾਂਗੇ ਤੇ ਸਮੁੰਦਰ ਵਿੱਚ ਔਗਣ ਵੀ ਨੇ, ਕਿਉਂਕਿ ਸਮੁੰਦਰ ਖਾਰਾ ਵੀ ਹੈ। ਗੁਰੂ ਜੀ ਨੇ ਇੱਕ ਬਚਨ ਕਿਹਾ ਬਾਣੀ 'ਚ, ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆਂ ਪਾਵੈ। ਕਹਿੰਦੇ ਨੇ ਖਾਰੇ ਸਮੁੰਦਰ ਨੂੰ ਜੇ ਤੂੰ ਲੱਭਣ ਜਾਏਗਾ, ਢੰਡੋਲਣ ਜਾਏਗਾ, ਤੈਨੂੰ ਕੀ ਮਿਲੇਗਾ? ਕੋਈ ਮੋਤੀ, ਕੋਈ ਰਤਨ ਲੱਭ ਜਾਏਗਾ? ਦਿਨ ਦੋ ਚਾਰ ਸੁਹਾਵਣਾ ਮਾਟੀ ਤਿਸ ਖਾਵੈ। ਉਸ ਖਾਰੇ ਸਮੁੰਦਰ ਦੇ ਵਿੱਚੋਂ ਸੱਚ ਇਹ ਵੇ ਤੈਨੂੰ ਰਤਨ ਲੱਭੇਗਾ, 2-4 ਦਿਨ ਉਹ ਰਹਿ ਜਾਏਗਾ, ਇੱਕ ਦਿਨ ਉਹਨੇ ਬਰਬਾਦ ਹੋ ਜਾਣਾ, ਨਾਸ਼ ਹੋ ਜਾਣਾ। ਤੇ ਉੱਥੇ ਫਿਰ ਉਹ ਕਹਿੰਦੇ ਆ ਕਿ ਗੁਰ ਸਾਗਰ ਸਤ ਦੇਵੀਐ ਦੇ ਤੋਟ ਨਾ ਆਵੇ। ਗੁਰੂ ਸਮੁੰਦਰ ਨੂੰ ਚੇਤੇ ਕਰ, ਜਿਹਦੇ ਅੰਦਰ ਨਾ ਖਾਰਾਪਣ ਹੈ ਤੇ ਜਿਹਦੇ ਰਤਨਾਂ ਨੇ ਕਦੀ ਨਾਸ਼ ਵੀ ਨਹੀਂ ਹੋਣਾ। ਮੈਂ ਫਿਰ ਬੇਨਤੀ ਕਰਾਂਗਾ, ਉਦਾਹਰਨਾਂ ਜ਼ਰੂਰ ਬਾਣੀ ਚ ਲਈਆਂ ਨੇ, ਇਹ ਮਨ ਨੂੰ ਸਮਝਾਉਣ ਲਈ ਨੇ। ਤੇ ਜੇ ਕਹੀਏ ਜੇ ਮੁਕੰਮਲ ਤੌਰ ਤੇ ਟੁਕਣਗੀਆਂ, ਕਿਉਂਕਿ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਲਿਆ ਜਾਂਦਾ। ਇੱਥੇ ਸਿਰਫ ਅਰਜ਼ੇ ਗੁਰ ਸਾਗਰ ਰਤਨੀ ਭਰਪੂਰੇ। ਸਤਿਗੁਰੂ ਨਾਮ ਸਮੁੰਦਰ ਨੇ, ਸਤਿਗੁਰੂ ਅਸਗਾਹ ਸਮੁੰਦਰ ਨੇ। ਤੇ ਪਿਆਰਿਓ, ਇਸ ਸਮੁੰਦਰ ਜਿਹੜਾ ਨਕਾ ਨਕ ਰਤਨਾਂ ਨਾਲ ਭਰਿਆ ਪਿਆ। ਇੱਥੇ ਰਤਨਾਂ ਦਾ ਅਰਥ ਕਰਾਂਗੇ ਸ਼ਬਦ, ਰਤਨ ਦਾ ਅਰਥ ਕਰਾਂਗੇ ਨਾਮ। ਰਤਨ ਤੋਂ ਮੁਰਾਦ ਸ਼ੁਭ ਗੁਣ ਵੀ ਹੈ ਕਿ ਗੁਰੂ ਸਮੁੰਦਰ ਦੀ ਤਰ੍ਹਾਂ ਤੇ ਸਤਿਗੁਰੂ ਪੂਰਨ ਤੌਰ ਤੇ ਰਤਨਾਂ ਨਾਲ ਹੀ ਭਰੇ ਹੋਏ, ਮੁਕੰਮਲ ਨੇ। ਇਹ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ, ਇਹ ਇੱਕ ਇੱਕ ਸ਼ਬਦ ਰਤਨ ਹੈ ਪਿਆਰਿਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮਹਾਰਾਜ ਜੀ ਕਹਿੰਦੇ ਆ, ਇਹ ਜਿੰਨੇ ਸ਼ਬਦ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਮੁੰਦਰ ਜਿਹੜਾ ਹੈ ਉਹਦੇ ਅੰਦਰ ਖਜ਼ਾਨਾ ਹੈ, ਉਹਦੇ ਅੰਦਰ ਰਤਨ ਨੇ, ਪਰ ਜਿਸ ਹੰਸ ਨੂੰ ਟੁੱਬੀ ਮਾਰ ਕੇ ਅੰਦਰੋਂ ਕੱਢਣ ਦੀ ਜਾਚ ਆਉਂਦੀ ਹੈ, ਉਹੀ ਉਸ ਰਤਨ ਨੂੰ ਕੱਢ ਕੇ ਛਕੇਗਾ। ਗੁਰੂ ਸਮੁੰਦਰ ਭਰਿਆ ਪਿਆ ਪਿਆਰਿਓ। ਇਹਦਾ ਰਸ ਵੀ ਉਹਨਾਂ ਨੂੰ ਆਏਗਾ ਜਿਹੜੇ ਹੰਸ ਬਿਰਤੀ ਵਾਲੇ ਨੇ, ਨਹੀਂ ਤੇ ਬਗਲਾ ਬਦਕਿਸਮਤ ਸਰੋਵਰ ਨੇੜੇ ਰਹਿ ਕੇ ਵੀ ਕੇਵਲ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ। ਅੱਗੇ ਅਸੀਂ ਇਸ ਬਚਨ ਨੂੰ ਵੇਖਾਂਗੇ। ਗੁਰੂ ਜੀ ਕਹਿ ਰਿਹਾ ਕਿ ਸਤਿਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਇਹ ਰਤਨਾਂ ਨਾਲ ਭਰਪੂਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰਮੁਖ ਜਨ ਜਿਹੜੇ ਨੇ ਇਸ ਨਾਮ ਰਤਨ ਨੂੰ ਚੁਗਦੇ ਪਏ ਨੇ ਤੇ ਕਦੀ ਵੀ ਉਹ ਆਪਣੇ ਗੁਰੂ ਤੋਂ ਦੂਰ ਨਹੀਂ ਹੁੰਦੇ। ਆਪ ਸਾਧ ਸੰਗਤ ਜੀ ਬਾਣੀ ਪੜ੍ਹਦੇ ਸੁਣਦੇ, ਮੈਂ ਇੱਕ ਬੇਨਤੀ ਅਕਸਰ ਕਰਨਾ ਉਹਨਾਂ ਕਥਾ 'ਚ ਕਿਤੇ ਵੀ ਕਰਾਂ, ਮੈਂ ਇਹ ਬੇਨਤੀ ਕਰਨਾ ਕਿ ਗੁਰਮੁਖੋ, ਠੀਕ ਹੈ ਤੁਸੀਂ ਕਥਾ ਸੁਣੋ, ਵਿਖਿਆਨ ਸੁਣੋ। ਜੇ ਪ੍ਰਮਾਤਮਾ ਨੇ ਸਾਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ, ਜੀਭ ਦਿੱਤੀ ਹੈ ਬੋਲਣ ਲਈ, ਨੇਤਰ ਦਿੱਤੇ ਨੇ ਦੇਖਣ ਲਈ, ਕੰਨ ਦਿੱਤੇ ਨੇ ਸੁਣ ਲਈ, ਬਹੁਤ ਕੁਝ ਇਸ ਦਿਮਾਗ ਵਿੱਚ ਭਰਿਆ ਪਿਆ ਹੈ। ਮੈਂ ਇੱਕ ਪਿੱਛੇ ਜਿਹੀ ਇੱਕ ਬੇਨਤੀ ਕੀਤੀ ਸੀ, ਅੱਜ ਮੈਂ ਫਿਰ ਰਿਪੀਟ ਕਰ ਲਾਂਗਾ ਉਸ ਗੱਲ ਨੂੰ। ਹਰ ਸਿੱਖ ਰਹਿਤ ਮਰਿਆਦਾ ਵਿੱਚ ਇਹ ਮੱਧ ਹੈ ਕਿ ਹਰ ਸਿੱਖ ਆਪਣਾ ਸਹਿਜ ਪਾਠ ਜਾਰੀ ਰੱਖੇ, ਆਪਣਾ ਸਹਿਜ ਪਾਠ ਆਪ ਕਰੇ। ਫਿਰ ਅਰਜ਼ ਸੁਣਿਓ, ਜਦੋਂ ਅਸੀਂ ਪਾਠ ਤਾਂ ਕਰ ਹੀ ਨਹੀਂ ਰਹੇ, ਹਾਂ ਕਰਦੇ ਨਹੀਂ, ਜਿਹੜੇ ਕਰਦੇ ਨੇ ਉਹਨਾਂ ਤੇ ਕਟਾਕਸ਼ ਕਰਨੇ। ਕਿਉਂਕਿ ਜਦੋਂ ਮੈਂ ਉਸ ਚੀਜ਼ ਨੂੰ ਮਾਣੀ ਨਹੀਂ ਤੇ ਕਟਾਕਸ਼ ਕਰਨਾ, ਦੁਨੀਆ ਵਿੱਚ ਸਭ ਤੋਂ ਸੌਖਾ ਕੰਮ ਹੈ ਕਿਸੇ ਉੱਤੇ ਉਂਗਲ ਚੁੱਕਣੀ। ਇਹ ਸਭ ਤੋਂ ਸੌਖਾ। ਮੂਰਖ ਤੋਂ ਮੂਰਖ ਬੰਦਾ ਵੀ, ਜ਼ਾਹਿਲ ਤੋਂ ਜ਼ਾਹਿਲ ਬੰਦਾ ਵੀ, ਜਿਨਨੇ ਕਦੀ ਊੜਾ ਵੀ ਨਹੀਂ ਪੜਿਆ, ਚੇਤੇ ਰੱਖਿਓ, ਮੂਰਖ ਤੋਂ ਮੂਰਖ ਬੰਦਾ ਵੀ ਇੱਕ ਖਿੰਦ ਦੇ ਵਿੱਚ ਤਰਕ ਕਰਕੇ ਚਲਾ ਜਾਏਗਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਜੇ ਚੰਗੀ ਲੱਗੇ, ਚਾਹੇ ਪ੍ਰਬੰਧਕ, ਚਾਹੇ ਕੀਰਤਨੀਏ, ਚਾਹੇ ਕਥਾਵਾਚਕ, ਸਾਰੇ ਚਲੋ ਸਨਮਾਨਯੋਗ, ਪਰ ਪਿਆਰਿਓ, ਜ਼ਿੰਦਗੀ 'ਚ ਘੱਟੋ ਘੱਟ ਇੱਕ ਵਾਰੀ ਆਪਣੇ ਨੇਤਰਾਂ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਲਓ। ਫਿਰ ਦੇਖਿਓ ਵੀ ਇਹ ਸਤਿਗੁਰਾਂ ਦੀ ਬਾਣੀ 'ਚ ਕਿੰਨੀ ਕੁ ਬਖਸ਼ਿਸ਼ ਹੈ, ਇਸ ਬਾਣੀ ਵਿੱਚ ਕਿੰਨਾ ਕੁ ਆਨੰਦ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜੇ ਤੂੰ ਰੋਜ਼ ਪਾਠ ਆਪਾਂ ਕਰੀਏ, ਕਿਉਂਕਿ ਅਸੀਂ ਕਈ ਜੀ ਟਾਈਮ ਨਹੀਂ ਨਿਕਲਦਾ। ਪ੍ਰੋਬਲਮ ਸਾਡੀ ਇਹ ਵੇ ਕਿ ਸਾਨੂੰ ਬਾਕੀ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਟਾਈਮ ਕੱਢ ਲੈਂਦੇ,
ਹੱਸਣਾ ਹੋਵੇ ਸਾਡੇ ਕੋਲ ਟਾਈਮ ਹੈ, ਸੌਣਾ ਹੋਵੇ ਟਾਈਮ ਹੈ, ਗਾਉਣਾ ਹੋਵੇ ਟਾਈਮ ਹੈ, ਨਿੰਦਿਆ ਹੈ ਸਾਡੇ ਕੋਲ ਟਾਈਮ ਹੈ। ਇਹ ਗੱਲਾਂ ਸਾਰੀਆਂ ਚੇਤੇ ਨੇ, ਪਰ ਗੁਰੂ ਜੀ ਕਹਿੰਦੇ ਨੇ ਅਸਲੀ ਸਮਾਂ ਤਾਂ ਤੈਨੂੰ ਮਿਲਿਆ ਹੀ ਪਰਮਾਰਥ ਤੇ ਬਾਣੀ ਬੰਦਗੀ ਵਾਸਤੇ ਹੈ। ਮੈਂ ਇਹ ਉਦਾਹਰਨ ਰਿਪੀਟ ਕਰ ਲੱਗਾ ਕਿ ਆਮ ਤੌਰ ਤੇ ਸਾਡੇ ਕਿਹਾ ਜਾਂਦਾ ਹੈ ਕਿ ਜਿਹੜਾ ਸੱਜਣ ਬੋਲ ਕੇ ਪਾਠ ਕਰੇ, ਸ਼ੁੱਧ ਪਾਠੀ ਹੋਵੇ, ਉਂਝ ਵੈਸੇ ਜਿਨ੍ਹਾਂ ਦਾ ਪਾਠ ਚੱਲਣ ਤੇ ਉਹ ਕਾਫੀ ਜ਼ਿਆਦਾ ਕਰ ਜਾਂਦੇ, ਐ ਟਿਕ ਕੇ ਪਾਠ ਕਰੋ ਨਾ ਜੀ, ਮੇਰਾ ਖਿਆਲ 2 ਘੰਟਿਆਂ ਵਿੱਚ 60 ਅੰਗ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੋ ਜਾਂਦਾ। ਇਸ ਤਰ੍ਹਾਂ ਜੀ 1 ਘੰਟੇ ਵਿੱਚ 30 ਅੰਗ ਜਿਹੜੇ ਟਿਕ ਕੇ ਕਰਦੇ ਨੇ 20 ਵੀ ਕਰ ਸਕਦੇ ਆ। ਮੰਨ ਲਿਆ ਜਾਏ ਕਿ ਆਪਾਂ 2 ਘੰਟਿਆਂ ਵਿੱਚ 60 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ, ਇਹਦਾ ਮਤਲਬ ਹੋ ਗਿਆ 2 ਮਿੰਟ ਵਿੱਚ 1 ਅੰਗ ਦਾ ਪਾਠ ਹੋਇਆ ਨਾ, 60 ਅੰਗ ਹੋ ਗਏ। ਮੈਂ ਇੱਕੋ ਬੇਨਤੀ ਕਰਾਂਗਾ ਪੜ੍ਹੇ ਲਿਖੇ ਵੀਰੋ, ਜ਼ਿੰਦਗੀ ਵਿੱਚ ਸਿਰਫ ਜੇ 2 ਮਿੰਟ ਚਲੰਤ ਪਾਠ ਹੋਵੇ, 8 ਮਿੰਟ ਜੇ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪਾਠ ਕਰ ਲਈਏ, 4 ਅੰਗ ਹੋ ਗਏ ਨਾ ਜੀ। ਮੈਂ ਕਹਿੰਦਾ ਜੇ ਮੰਨ ਲਓ ਜਿੰਨੇ ਸ਼ੁਰੂਆਤ ਕੀਤੀ ਹੈ 5 ਮਿੰਟ ਵਿੱਚ 1 ਅੰਗ ਬੋਲ ਕੇ ਕਰੇ, 24 ਘੰਟਿਆਂ ਵਿੱਚ 20 ਮਿੰਟ ਕੱਢ ਲਓ, ਬਸ ਗੁਰੂ ਦੇ ਦਰਸ਼ਨ ਕਰ ਲਏ ਨਿਤਨੇਮ ਤੋਂ ਇਲਾਵਾ। 20 ਮਿੰਟਾਂ ਵਿੱਚ 4 ਅੰਗ ਹੋ ਗਏ, 5 ਮਿੰਟ ਵਿੱਚ 1 ਅੰਗ ਹੋ ਗਿਆ। ਜੇ 4 ਅੰਗ ਪਾਠ ਰੋਜ਼ ਕਰੋਗੇ, 365 ਦਿਨ ਨੇ, ਪੂਰੇ 1 ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਹੋ ਜਾਣਗੇ। ਸਿਰਫ 24 ਘੰਟਿਆਂ 'ਚ 20 ਮਿੰਟ ਕੱਢਿਆ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਤਨਾਂ ਨਾਲ ਭਰਪੂਰ ਹੈ। ਇਸ ਵਿੱਚ ਕਨੇਰੇ ਰਤਨ ਨੇ, ਇੱਥੇ ਨਾਮ ਦਾ ਰਤਨ ਹੈ, ਸ਼ਬਦ ਦਾ ਰਤਨ ਹੈ, ਇੱਥੇ ਨਿਮਰਤਾ ਦੇ ਜਿੰਨੇ ਦੇਵੀ ਗੁਣ ਨੇ ਉਹ ਸਾਰੇ ਦੇ ਸਾਰੇ ਗੁਰੂ ਸਮੁੰਦਰ ਦੇ ਵਿੱਚ ਟਿਕੇ ਹੋਏ ਆ। ਮਹਾਰਾਜ ਕਹਿੰਦੇ ਨੇ ਪਰ ਇਸ ਗੁਣ ਦੀ ਕਦਰ ਵੀ ਉਹ ਜਾਣੇਗਾ ਜਿਹਨੂੰ ਇਹਦੀ ਸਮਝ ਪੈ ਜਾਏਗੀ। ਗੁਰ ਸਾਗਰ ਰਤਨੀ ਭਰਪੂਰੇ, ਭਰਪੂਰ ਹੈ ਗੁਣਾ ਨਾਲ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਰੱਬ ਦੇ ਪਿਆਰੇ ਗੁਰਮੁਖ ਜਨ ਇਸ ਨਾਮ ਅੰਮ੍ਰਿਤ ਨੂੰ ਚੁਗਦੇ ਨੇ, ਇਸ ਸ਼ਬਦ ਨੂੰ ਚੱਖਦੇ ਨੇ, ਇਸ ਰਸ ਨੂੰ ਜਾਣਦੇ ਨੇ, ਤੇ ਕਦੀ ਵੀ ਉਹ ਗੁਰੂ ਸਰੋਵਰ ਤੋਂ ਦੂਰ ਨਹੀਂ ਗਏ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ। ਹੁਣ ਆਪਾਂ ਕਹਾਂਗੇ ਜੀ ਅਸੀਂ ਆਏ ਆ ਦਰਬਾਰ ਸਾਹਿਬ ਦੇ ਨਜ਼ਦੀਕ ਆ ਨਾ ਜੀ, ਆਪਾਂ ਇਹ ਨਹੀਂ ਦੂਰੇ ਦਾ ਮਤਲਬ ਕੀ ਹੋ ਗਿਆ ਕਿ ਉਹ ਇੱਕ ਸਥਾਨ ਤੇ ਬੈਠੇ ਰਹਿੰਦੇ ਆ? ਪਿਆਰਿਓ, ਇਹ ਤਾਂ ਬਖਸ਼ਿਸ਼ ਹੈ। ਇੱਥੇ ਨਹੀਂ ਦੂਰੇ ਦਾ ਅਰਥ ਬੌਡੀ ਦੇ ਤੌਰ ਤੇ ਨਹੀਂ ਕਰਨਾ ਕਿ 10 ਮੀਲ ਕੋਈ ਦੂਰ ਚਲਾ ਗਿਆ। ਨਹੀਂ ਦੂਰੇ ਦਾ ਅਰਥ ਉਹ ਆਪਣੇ ਸੁਰਤ ਕਰਕੇ, ਆਪਣੇ ਚੇਤੇ ਕਰਕੇ, ਆਪਣੇ ਚਿੰਤਨ ਕਰਕੇ ਆਪਣੇ ਗੁਰੂ ਤੋਂ ਕਦੀ ਦੂਰ ਜਾਂਦੇ ਹੀ ਨਹੀਂ, ਬਿਲਕੁਲ ਨੇੜੇ ਰਹਿੰਦੇ ਆ। ਜਿਹਨੂੰ ਬਾਬਾ ਜੀ ਕਹਿੰਦੇ ਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਿਹਨੂੰ ਗੁਰੂ ਜੀ ਕਹਿੰਦੇ ਆ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਨਹੀਂ ਦੂਰੇ, ਉਹ ਕਦੀ ਦੂਰ ਨਹੀਂ ਜਾਂਦੇ। ਸੁਰਤ ਦੀ ਹਾਜ਼ਰੀ ਹੀ ਨੇੜਤਾ ਹੈ। ਜੇ ਸਰੀਰ ਭਾਵੇਂ ਨੇੜੇ ਰਹੇ ਤੇ ਸੁਰਤ ਬਾਜ਼ਾਰ ਵਿੱਚ ਸੌਦਾ ਵੇਚਦੀ ਹੋਵੇ, ਫਿਜ਼ੀਕਲ ਤੌਰ ਤੇ ਨੇੜੇ ਰਹਿ ਕੇ ਵੀ ਬੰਦਾ ਦੂਰ ਹੀ ਬੈਠਾ ਰਹਿੰਦਾ ਹੈ। ਇੱਥੇ ਨਹੀਂ ਦੂਰੇ, ਉਹ ਕਦੀ ਦੂਰ ਜਾਂਦੇ ਨਹੀਂ। ਜਿਨੇ ਸੁਰਤ ਕਰਕੇ ਸ਼ਬਦ ਨੂੰ ਜਪੀ ਜਾਣਾ, ਉਹ ਜੰਗਲ 'ਚ ਵੀ ਚਲਾ ਜਾਓ ਵੀ ਤਾਂ ਵੀ ਗੁਰੂ ਦੇ ਨੇੜੇ ਹੈ। ਉਹ ਬੰਦਾ ਭਾਵੇਂ ਜਹਾਜ਼ ਤੇ ਚੜਿਆ ਹੋਵੇ ਤਾਂ ਵੀ ਬਿਲਕੁਲ ਨੇੜੇ ਹੈ। ਮੈਂ ਤਾਂ ਬੇਨਤੀ ਕੀਤੀ, ਗੁਰੂ ਸਮੁੰਦਰ ਹੈ, ਖਜ਼ਾਨਾ ਭਰਿਆ ਜੇ ਸ਼ਬਦ ਦਾ, ਰਤਨ ਭਰੇ ਪਏ ਨੇ ਨਾ, ਰਤਨਾਂ ਦੀ ਕੋਈ ਕੀਮਤ ਹੀ ਨਹੀਂ ਜੀ, ਪਰ ਇਹਨੂੰ ਚੱਖਦੇ ਨੇ ਸੰਤ ਜਨ ਤੇ ਕਦੀ ਦੂਰ ਨਹੀਂ ਜਾਂਦੇ, ਨੇੜੇ ਰਹਿੰਦੇ ਆ। ਉਹ ਬਿਲਕੁਲ ਓਤ-ਪੋਤ ਰਹਿੰਦੇ ਆ। ਇਹੀ ਕਾਰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ 'ਚ ਇੱਕ ਸਾਖੀ ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਆ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਆਨੰਦਪੁਰ ਸਾਹਿਬ ਦੀ ਘਟਨਾ ਹੈ ਜੀ। ਸਿਰ ਮੈਂ ਇਹ ਦੁਹਰਾ ਵਾਸਤੇ, ਇਤਿਹਾਸ ਤਾਂ ਉਹੀ ਰਹਿਣਾ ਪਿਆਰਿਓ। ਰਾਤ ਨੂੰ ਪਹਿਰੇ ਤੇ ਖਲੋਤੇ ਸੱਜਣ ਸਿੱਖ ਇੱਕ ਸਾਂਗ ਦੇਖਣ ਚਲਾ ਜਾਂਦੇ ਆ, ਮੇਲਾ ਜਾਂ ਨਾਟਕ ਦੇਖਣ ਚਲੇ ਜਾਂਦੇ ਆ, ਤੇ ਦੂਸਰੇ ਕਿਲੇ ਦੇ ਦਰਵਾਜ਼ੇ ਅੱਗੇ ਪਹਿਰਾ ਦਿੰਦੇ ਆ। ਤੇ ਜਦੋਂ ਸਤਿਗੁਰੂ ਸਵੇਰੇ ਦਰਬਾਰ 'ਚ ਹੁੰਦੇ ਆ, ਪਹਿਰੇ ਤੇ ਖਲੋਤੇ ਹੋਏ ਸੱਜਣਾ ਨੂੰ ਬੁਲਾਉਂਦੇ ਆ, ਤੇ ਜਿਹੜੇ ਨਹੀਂ ਗਏ ਰਾਤ, ਉਹ ਤਾਂ ਖੁਸ਼ ਨੇ ਵੀ ਮਹਾਰਾਜ ਨੂੰ ਪਤਾ ਲੱਗ ਗਿਆ, ਸਾਨੂੰ ਸ਼ਾਬਾਸ਼ੀ ਮਿਲੇਗੀ, ਸਾਨੂੰ ਸਨਮਾਨ ਮਿਲੇਗਾ। ਅਸੀਂ ਰਾਤ ਸੇਵਾ 'ਚ ਉਹ ਵੀ ਸੇਵ ਕਰਦੇ ਰਹੇ। ਤੇ ਜਿਹੜੇ ਚਲੇ ਗਏ ਉਹ ਡਰਦੇ ਪਏ ਸਨ, ਸਾਡੀ ਸ਼ਾਮਤ ਆ ਗਈ।
ਵੀ ਸਾਡੇ ਨਾਲ ਬਣੇਗਾ ਕੀ? ਮਹਾਰਾਜ ਨੇ ਹੱਸ ਕੇ ਕਿਹਾ, ਅੱਜ ਰਾਤ ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ, ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਸਨ। ਬੜੀ ਵੱਡੀ ਗੱਲ ਕਹਿ ਦਿੱਤੀ ਸਿੱਖੋ। ਜਿਹੜੇ ਹਾਜ਼ਰ ਸਨ, ਜਿਹੜੇ ਸਰੀਰਕ ਤੌਰ ਤੇ ਖਲੋਤੇ ਸਨ, ਉਹਨਾਂ ਦਾ ਵਜੂਦ, ਉਹਨਾਂ ਦਾ ਢਾਂਚਾ ਬੁੱਤ ਕਿਲੇ ਅੱਗੇ ਖਲੋਤਾ ਸੀ, ਔਰ ਉਹਨਾਂ ਦੀ ਸੁਰਤ ਮੇਲਾ ਵੇਂਦੀ ਪਈ ਸੀ। ਤੇ ਜਿਹੜੇ ਮੇਲੇ ਵਿੱਚ ਗਏ ਸਨ ਜਾਂ ਨਾਟ ਦੇਖਣ ਗਏ ਸਨ, ਉਹਨਾਂ ਦੇ ਵਜੂਦ, ਸਰੀਰ ਉੱਥੇ ਨਾਟਕ ਨੇੜੇ ਸਨ, ਪਰ ਉਹਨਾਂ ਦੀ ਸੁਰਤ ਗੁਰੂ ਗੋਬਿੰਦ ਸਿੰਘ ਦੇ ਪਲੰਗ ਦੇ ਦੁਆਲੇ ਸੀ। ਉਹਨਾਂ ਦੀ ਸੁਰਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜੀ ਸੀ। ਮਹਾਰਾਜ ਕਿਤੇ ਉੱਠ ਨਾ ਪੈਣ। ਮੈਂ ਆਪ ਨੂੰ ਬੇਨਤੀ ਕਰਾਂ, ਨਹੀਂ ਦੂਰੇ ਦਾ ਅਰਥ ਸੁਰਤ ਦੀ ਨੇੜਤਾ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨੀ ਦੂਰੇ। ਮਹਾਰਾਜ ਕਹਿੰਦੇ ਨੇ ਉਹ ਕਦੀ ਦੂਰ ਨਹੀਂ ਹੁੰਦੇ। ਦੁਆਰਾ ਪੜੋ ਸਨ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਪਰਮਾਤਮਾ ਨੂੰ ਚੰਗਾ ਲੱਗਦਾ ਤੁਸੀਂ ਨਾਮ ਜਪੋ, ਨਾਮ ਦੇ ਰਸ ਨੂੰ ਚੱਖੋ, ਇਹ ਪ੍ਰਭੂ ਨੂੰ ਚੰਗਾ ਲੱਗਦਾ ਹੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰੂ ਸਰੋਵਰ ਦੇ ਵਿੱਚ ਜਿਹੜਾ ਹੰਸ ਗੁਰਸਿੱਖ ਹੈ ਨਾ ਜੀ, ਕਿਉਂਕਿ ਹੰਸ ਦੇ ਗੁਣ ਜੋ ਸਿਆਣੇ ਪੁਰਸ਼ਾਂ ਨੇ ਦੱਸੇ ਨੇ, ਆਪਾਂ ਦੇਖਿਆ ਤੇ ਹੈ ਨਹੀਂ ਜੀ। ਆਪਾਂ ਤਾਂ ਗੁਰਬਾਣੀ ਜਿਹੜਾ ਸ਼ਬਦ ਆਉਂਦਾ ਫਿਰ ਉਹਦੇ ਅਰਥ ਵੇਖਨੇ। ਹੰਸ ਬਾਰੇ ਕਿਹਾ ਜਾਂਦਾ, ਅਕਸਰ ਤੁਸੀਂ ਸੁਣਿਆ ਹੋਣਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ ਹੈ। ਕਿਹਾ ਜਾਂਦਾ ਉਹਦੀ ਚੁੰਝ ਵਿੱਚ ਖਟਾਸ ਹੈ, ਉਹ ਦੁੱਧ ਵਿੱਚ ਪਾਏ ਤਾਂ ਦੁੱਧ ਫਟ ਜਾਂਦਾ ਜੀ। ਉਹ ਫੁੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ, ਉਹ ਪਾਣੀ ਦੇ ਵਿੱਚ ਤਰ ਲੈਂਦਾ ਜੀ। ਹੰਸ ਜਿਹੜਾ ਉਹ ਪਾਣੀ ਡੂੰਘੇ ਨੂੰ ਤਰਦਾ ਹੈ। ਅਗਲੀ ਗੱਲ, ਜਦੋਂ ਉਹਦਾ ਅੰਤਲਾ ਸਮਾਂ ਹੁੰਦਾ ਹੈ, ਹੰਸ ਗਹਿਰੇ ਪਾਣੀ ਵਿੱਚ ਤਰਦਾ ਹੋਇਆ ਗੀਤ ਗਾਉਣ ਲੱਗ ਪੈਂਦਾ ਹੈ। ਉਹ ਇੰਨਾ ਕੁ ਅੰਦਰ ਆਤਮੇ ਗੀਤ ਟੇਕ ਕੇ ਗਾਉਂਦਾ ਹੈ, ਉਹਨੂੰ ਆਪਣਾ ਆਪ ਭੁੱਲ ਜਾਂਦਾ, ਗਾਉਂਦਾ ਗਾਉਂਦਾ ਹੀ ਸਮਾ ਜਾਂਦਾ ਹੈ। ਇਹ ਸਾਰੇ ਚਲੋ ਗੁਣ ਦੱਸੇ ਆ ਜੀ। ਇੱਥੇ ਹੰਸ ਦਾ ਅਰਥ ਕਰਾਂਗੇ ਜਿਹੜਾ ਸੰਬੰਧ ਸਿਰਫ ਤੇ ਸਿਰਫ ਨਾਮ ਸ਼ਬਦ ਨਾਲ ਹੈ। ਹੰਸ ਦੇ ਸਾਹਮਣੇ ਜਿੰਨੇ ਮਰਜੀ ਡੱਡੀਆਂ ਮੱਛੀਆਂ, ਜਿੰਨੇ ਮਰਜੀ ਕੂੜਾ ਕਰਕਟ ਪਿਆ ਹੋਵੇ, ਹੰਸ ਦਾ ਉਹਦੇ ਨਾਲ ਤਲੁਕਾਤ ਹੀ ਕੋਈ ਨਹੀਂ, ਹੰਸ ਦਾ ਕੋਈ ਸੰਬੰਧ ਨਹੀਂ। ਇੱਥੇ ਹੰਸ ਦਾ ਅਰਥ ਉਹ ਗੁਰਸਿੱਖ, ਚਾਰ ਚਫਾਰੇ ਭਾਵੇਂ ਨਿੰਦਕ ਹੋਵੇ, ਕੋਈ ਦੁਸ਼ਟ ਹੋਵੇ, ਕੋਈ ਵਿਚਾਰੀ ਹੋਵੇ, ਜਿਵੇਂ ਹੰਸ ਮੈਲ ਵੱਲ ਕਦੀ ਧਿਆਨ ਨਹੀਂ ਦਿੰਦਾ, ਰਤਨ ਚੁਣਦਾ, ਨਾਮ ਜਪਣ ਵਾਲਾ ਆਪਣੇ ਗੁਰੂ ਦੇ ਸ਼ਬਦ ਵੱਲ ਧਿਆਨ ਰੱਖਦਾ, ਔਗਣ ਕਦੇ ਨਹੀਂ ਇਕੱਠੇ ਕਰਦਾ। ਮਹਾਰਾਜ ਨੇ ਕਿਹਾ ਸਰਵਰ ਵਿੱਚੋਂ, ਗੁਰੂ ਸਰੋਵਰ ਚੋਂ ਸਿੱਖ ਹੰਸ ਜਿਹੜਾ ਪ੍ਰਾਣਾ ਦੇ ਪਤੀ ਪਰਮਾਤਮਾ ਨੂੰ ਪਾਉਂਦਾ ਹੈ। ਕਿਆ ਬਗ ਬਪੋੜਾ ਛਪੜੀ ਨਾਏ। ਹੁਣ ਇੱਥੇ ਗੁਰਮੁਖੋ ਦੂਜਾ ਪੱਖ ਵੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤਾ। ਕਿਆ ਬਗ ਬਪੜਾ ਛਪੜੀ ਨਾਏ। ਬਗ ਦਾ ਅਰਥ ਹੈ ਬਗਲਾ। ਛਪੜੀ ਆਪਾਂ ਪਿੰਡੂ ਬੰਦੇ ਸਾਰੇ ਸਮਝਦੇ ਤੇ ਥੋੜਾ ਜਿਹਾ ਪਾਣੀ ਖਲੋਤਾ ਹੈ। ਛੱਪੜ ਥੋੜਾ ਜਿਹਾ ਵੱਡਾ ਹੁੰਦਾ, ਛਪੜੀ ਉਹ ਤੋਂ ਛੋਟੀ ਹੁੰਦੀ। ਛਪੜੀ ਤਾਂ ਕਈ ਵਾਰੀ ਮੀਂਹ ਪਵੇ ਖੇਤਾਂ ਵਿੱਚ ਵੀ ਨਿੱਕੀਆਂ ਨਿੱਕੀਆਂ ਛਪੜੀਆਂ ਬਣ ਜਾਂਦੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਬਗਲਾ ਹੈ ਉਹਦਾ ਕੀ ਨਹਾਉਣਾ, ਛੱਪੜ ਦੇ ਵਿੱਚ ਨਹਾਉਂਦਾ ਪਿਆ ਹੈ। ਨਿੱਕੀ ਜੀ ਛਪੜੀ ਦੇ ਵਿੱਚ ਬਗਲਾ ਜਿਹੜਾ ਹੈ ਉਹ ਨਹਾ ਰਿਹਾ ਹੈ। ਇਹਦਾ ਮਤਲਬ ਬਗਲੇ ਦਾ ਅਰਥ ਤਾਂ ਪੰਛੀ ਹੈ, ਪਰ ਇਹਦਾ ਭਾਵ ਅਰਥ ਹੈ ਜਿਹੜਾ ਬੰਦਾ ਬਾਹਰੋਂ ਧਰਮ ਦੇ ਲਿਬਾਸ, ਬਗਲਾ ਚਿੱਟੇ ਰੰਗ ਦਾ ਹੈ ਨਾ ਜੀ, ਬਗਲੇ ਦਾ ਲਿਬਾਸ ਚਿੱਟਾ ਹੈ, ਪਰ ਉਹਦੀ ਬਿਰਤੀ ਇੰਨੀ ਮਲੀਨ ਹੈ ਉਹ ਡੱਡੀਆਂ ਤੇ ਮੱਛੀਆਂ ਖਾਈ ਜਾਂਦਾ ਹੈ, ਛੱਪੜ ਦੇ ਕੰਢੇ ਰਹੇਗਾ। ਗੁਰੂ ਜੀ ਕਹਿੰਦੇ ਨੇ ਬਗਲਾ ਜਿਹੜਾ ਉਹ ਕੀ ਨਹਾ ਰਿਹਾ ਛਪੜੀ ਵਿੱਚ। ਇੱਥੇ ਛਪੜੀ ਦਾ ਅਰਥ ਕਰਾਂਗੇ ਪਿਆਰਿਓ ਵਿਸ਼ੇ ਵਾਸ਼ਨਾਵਾਂ ਦੀਆਂ ਛਪੜੀਆਂ, ਕਰਮ ਕਾਂਡਾਂ ਦੀਆਂ ਛਪੜੀਆਂ। ਉਹ ਸਿਰਫ ਨਿੱਕੇ ਜਿਹੇ ਉਸ ਦਾਇਰੇ ਤੱਕ ਹੀ ਸੀਮਤ ਹੈ, ਤੇ ਉਸ ਛਪੜੀ ਵਿੱਚ ਨਹਾਉਣ ਨਾਲ ਉਹਦੀ ਮੈਲ ਨਹੀਂ ਲੱਗਦੀ, ਸਗੋਂ ਸਗਵੀਂ ਮੈਲ ਚੜ੍ਹਦੀ ਹੈ। ਜਿਹੜਾ ਛੱਪੜ ਉਹਦਾ ਪਾਣੀ ਗੰਦਲਾ ਹੁੰਦਾ ਜੀ, ਕਈ ਵਾਰੀ ਛਪੜੀ ਨਿੱਕੀ ਜੀ, ਜਦੋਂ ਚ ਨਹਾਉਂਦਾ ਉਹਨੂੰ ਹੋਲ ਮੈਲ ਚੜ ਰਹੀ ਹੈ। ਇਹ ਵਿਸ਼ੇ ਵਾਸ਼ਨਾ ਦੀ ਬਗਲੇ ਦਾ ਅਰਥ ਮਨਮੁਖ, ਕਪਟੀ, ਪਖੰਡੀ, ਦੰਭੀ, ਜਿਹੜੇ ਮਰਜੀ ਸ਼ਬਦ ਅਸੀਂ ਵਰਤ ਲਈਏ। ਕਿਆ ਬਗ ਬਪੜਾ ਛਪੜੀ ਨਾਏ। ਇਹ ਵਿਚਾਰਾ ਬਗਲਾ ਮਨਮੁਖ ਬੰਦਾ ਇਹ ਕਰਮ ਕਾਂਡਾ ਦੀ ਛਪੜੀ, ਵਾਸ਼ਨਾ ਦੀ ਛਪੜੀ ਵਿੱਚ ਕੀ ਨਹਾ ਰਿਹਾ ਹੈ। ਕੀਚੜ ਡੂਬਾ ਮੈਲ ਨਾ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਿਆਰਿਓ ਵਿਕਾਰਾਂ ਦੀ ਚਿੱਕੜ ਵਿੱਚ ਡੁੱਬਦਾ ਪਿਆ ਹੈ, ਇਸ ਦੇ ਅੰਦਰ ਦੀ ਮੈਲ ਨਹੀਂ ਜਾਂਦੀ। ਇੱਥੇ ਹੁਣ ਪਿਆਰਿਓ ਬਗਲਾ ਸ਼ਬਦ ਮੈਂ ਅਰਜ਼ ਕੀਤੀ, ਇੱਕ ਤਾਂ ਉੱਤੇ ਆ ਗਿਆ ਹੰਸ, ਥੱਲੇ ਆ ਗਿਆ ਬਗਲਾ, ਇਹ ਦੋਨੋਂ ਪੰਛੀ ਨੇ।
ਹੰਸ ਪ੍ਰਤੀਕ ਹੈ ਗੁਰਮੁਖਤਾਈ ਦਾ, ਬਗਲਾ ਪ੍ਰਤੀਕ ਹੈ ਮਨਮੁਖਤਾਈ ਦਾ। ਹੰਸ ਪ੍ਰਤੀਕ ਹੈ ਨਾਮ ਰਸੀਏ ਦਾ, ਗੁਣਾ ਦੇ ਗ੍ਰਾਹਤਾ, ਤੇ ਬਗਲਾ ਪ੍ਰਤੀਕ ਹੈ ਸੱਚ ਏਵੇ ਔਗਣ ਇਕੱਠੀ ਕਰਨ ਵਾਲੀ ਬਿਰਤੀ ਦਾ। ਗੁਰੂ ਸਾਹਿਬ ਨੇ ਇੱਕ ਬਾਣੀ 'ਚ ਅੰਮ੍ਰਿਤ ਸ਼ਬਦ ਬਖਸ਼ਿਸ਼ ਕੀਤਾ ਪਿਆਰਿਓ। ਬਗਲਾ ਕਈ ਵਾਰੀ ਮਾਨ ਸਰੋਵਰ ਤੇ ਆ ਕੇ ਵੀ ਨਿਰਾਸ਼ ਹੀ ਜਾਂਦਾ ਹੈ। ਇਸ ਬੇਨਤੀ ਨੂੰ ਸੁਣਿਓ ਜੀ, ਹਰ ਬੰਦੇ ਦੀ ਬਿਰਤੀ ਇੱਕੋ ਜੀ ਨਹੀਂ। ਗੁਰੂ ਜੀ ਕਹਿੰਦੇ ਨੇ ਮਾਨ ਸਰੋਵਰ ਤੇ ਬਗਲੇ ਨੂੰ ਲੈ ਜਾਓ, ਉਹ ਨਿਰਾਸ਼ ਹੋ ਕੇ ਵਾਪਸ ਮੁੜੇਗਾ, ਕਿਉਂਕਿ ਉਹਦਾ ਖੁਰਾਕ, ਉਹਦਾ ਖਾਣਾ ਉੱਥੇ ਹੈ ਹੀ ਨਹੀਂ। ਨਾ ਉੱਥੇ ਡੱਡੀਆਂ, ਨਾ ਉੱਥੇ ਮੱਛੀਆਂ, ਨਾ ਉੱਥੇ ਚਿੱਕੜ। ਇਹਦਾ ਭਾਵ ਅਰਥ ਹੈ ਕਈ ਵਾਰੀ ਇਹੋ ਜਿਹੇ ਬਗਲ ਬਿਰਤੀ ਵਾਲੇ ਬੰਦੇ ਗੁਰਦੁਆਰੇ ਵੀ ਆ ਜਾਣ, ਉਹ ਵਿਚਾਰੇ ਤੜਫਦੇ ਰਹਿੰਦੇ ਆ ਕਦੋਂ ਸਮਾਪਤੀ ਹੋਵੇ ਤੇ ਨਿਕਲੀਏ ਇੱਥੋਂ। ਉਹ ਬਿਰਤੀ ਕਦੀ ਟਿਕਣ ਨਹੀਂ ਦਿੰਦੀ ਉਹਨਾਂ ਦੀ, ਕਿਉਂਕਿ ਜੋ ਕੁਝ ਉਹ ਖਾਣਾ ਚਾਹੁੰਦੇ ਆ ਉੱਥੇ ਪਿਆ ਨਹੀਂ। ਪਰ ਹੁਣ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਨਹੀਂ ਪਿਆ, ਪਰ ਗੁਰਦੁਆਰਿਆਂ ਵਿੱਚ ਉਹ ਕੁਝ ਪਿਆ ਹੋਇਆ। ਇਹਨੂੰ ਫਿਰ ਧਿਆਨ ਨਾਲ ਸੁਣਿਓ। ਮੈਂ ਗੁਰੂ ਗ੍ਰੰਥ ਸਾਹਿਬ ਕੇ ਆਪ ਜੀ ਕਹੋਗੇ ਗੁਰਦੁਆਰਾ ਵੱਖਰਾ, ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਬਗਲੇ ਦੀ ਕੋਈ ਖੁਰਾਕ ਨਹੀਂ, ਪਰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਖੁਰਾਕ ਮਿਲ ਜਾਂਦੀ, ਜਿੱਥੇ ਲਗਾਤਾਰ ਚੱਲਣੀ ਨਿੰਦਿਆ ਚੁਗਲੀਏ, ਉਹੀ ਤਾਂ ਬਗਲਿਆਂ ਦੀ ਖੁਰਾਕ ਹੈ। ਉਹਨਾਂ ਨੂੰ ਖੁਰਾਕ ਮਿਲਦੀ ਪਈ ਹੈ। ਜਿਹੜਾ ਬੰਦਾ ਨਾਮ ਅਭਿਆਸੀ, ਯਾਦ ਰੱਖਿਓ ਗੁਰਮੁਖੋ, ਉਹ ਕਦੀ ਆਪਣੇ ਵਿਰੋਧੀ ਦੀ ਵੀ ਨਿੰਦਿਆ ਨਹੀਂ ਸੁਣਦਾ, ਕਿਉਂਕਿ ਉਹਨੂੰ ਪਤਾ ਮੇਰੀ ਸੁਰਤ ਨੂੰ ਇਹ ਤੰਗ ਕਰੇਗੀ। ਜਿਵੇਂ ਪੈਰ 'ਚ ਕੰਡਾ ਚੁੱਭ ਜਾਏ ਤੇ ਜਿਉਂ-ਜਿਉਂ ਬੰਦਾ ਚੱਲਦਾ ਤੇ ਕੰਡੇ ਦੀ ਰੜਕ ਪੈਂਦੀ ਏ, ਜਿਹੜੇ ਬੰਦੇ ਦੀ ਸੁਰਤ ਟਿਕ ਗਈ ਏ ਪਿਆਰਿਓ, ਜਿਉਂ-ਜਿਉਂ ਉਹ ਇਸ ਪਾਸੇ ਧਿਆਨ ਦੇਣਾ ਸ਼ੁਰੂ ਕਰੇਗਾ, ਸੁਣਨਾ ਸ਼ੁਰੂ ਕਰੇਗਾ, ਨਾਮ ਜਪਣ ਵਾਲੇ ਦੇ ਅੰਦਰ ਬੋਲ ਇਸ ਤਰ੍ਹਾਂ ਰੜਕਦੇ ਆ ਜਿਵੇਂ ਪੈਰਾਂ ਦੇ ਵਿੱਚ ਕੰਡਾ ਰੜਕਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਕਮਜ਼ੋਰ ਹੈ, ਉਹਨੂੰ ਸਮਝ ਕੋਈ ਨਹੀਂ। ਮਹਾਰਾਜ ਕਹਿੰਦੇ ਆ ਕਿ ਦੇਖੋ ਬਗਲਾ ਜਿਹੜਾ ਹੈ ਉਹ ਸਰੋਵਰ ਕੋਲ ਜਾ ਕੇ ਕੁਝ ਨਹੀਂ ਕਰ ਸਕਦਾ, ਕਿਉਂਕਿ ਚਿੱਕੜ ਖਾਣ ਵਾਲਾ, ਡੱਡੀਆਂ ਮਿੱਛੀਆਂ ਵਿੱਚ ਰਹਿਣ ਵਾਲਾ, ਚਿੱਕੜ ਵਿੱਚ ਰਹਿਣ ਵਾਲਾ, ਉਹਦੀ ਖੁਰਾਕ ਇੱਥੇ ਨਹੀਂ। ਗੁਰੂ ਜੀ ਨੇ ਕਿਹਾ ਸਰਵਰ ਹੰਸ ਧੁਰੇਗੀ ਮੇਲਾ। ਇਹ ਜਿੰਨੀ ਅਸੀਂ ਕਥਾ ਕੀਤੀ ਉਹਦਾ ਤਾਤੇ ਨਾ ਤੁਕਾਂ ਚ ਆ ਜਾਣ। ਗੁਰੂ ਸਰੋਵਰ ਦਾ ਤੇ ਸਿੱਖ ਹੰਸ ਦਾ ਇਹ ਧੁਰ ਦਰਗਾਹ ਤੋਂ ਮੇਲਾ ਲਿਖਿਆ। ਇਹ ਧੁਰ ਦਰਗਾਹ ਤੋਂ ਤਾਂ ਹੀ ਅਸੀਂ ਗੁਰੂ ਜੀ ਕੋਲ ਬੈਠੇ ਹਾਂ। ਸਰਵਰ ਹੰਸ ਧੁਰੇਗੀ ਮੇਲਾ, ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰੂ ਸਰੋਵਰ ਕੋਲ ਨਾਮ ਮੋਤੀ ਨੇ, ਜਿਹਨੂੰ ਗੁਰੂ ਜੀ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ। ਬਗਲਾ ਕਪਟੀ ਤੇ ਕਾਲਾ ਕਾਂ, ਇਹ ਗੁਰੂ ਸਰੋਵਰ ਕੋਲ ਛੇਤੀ ਟੇਕ ਨਹੀਂ ਸਕਦੇ। ਮੈਂ ਫਿਰ ਅਰਜ਼ ਕਰਾਂਗਾ, ਫਿਜ਼ੀਕਲ ਤੌਰ ਤੇ ਤੁਰੇ ਫਿਰਨਗੇ, ਪਰ ਸੁਰਤ ਦੇ ਤੌਰ ਤੇ ਉੱਥੇ ਨਹੀਂ ਟਿਕ ਸਕਦੇ, ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਮਿਲਦੀ ਨਹੀਂ ਪਈ, ਉੱਥੇ ਔਗਣ ਹੈ ਹੀ ਨਹੀਂ। ਬਗਲਾ ਕਾਗ ਨਾ ਰਹੀ ਸਰਵਰ, ਜੇ ਖੋਵੈ ਅਤ ਸਿਆਣਾ, ਉਹਨਾਂ ਰਿਜ਼ਕ ਨਾ ਪਇਓ ਉੱਥੇ ਉਹਨਾਂ ਹੋਰੋਂ ਖਾਣਾ। ਬਗਲੇ ਦੀ ਖੁਰਾਕ ਨਹੀਂ। ਇਸੇ ਕਰਕੇ ਮੇਰੇ ਗੁਰੂ ਰਾਮਦਾਸ ਜੀ ਨੇ ਕਿਹਾ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਇਹਦਾ ਅਰਥ ਇਹ ਕਰ ਲਈਏ ਬਗਲੇ ਦਾ, ਹੋਰ ਸੌਖਾ ਟੁੱਕ ਜਾਏਗਾ। ਜਿਨ੍ਹਾਂ ਦੇ ਬੰਦਿਆਂ ਦੇ ਅੰਦਰ ਕਠੋਰ ਨੇ, ਮਨ ਨਹੀਂ ਉਹਨਾਂ ਦੇ ਛੇਤੀ ਕਿਤਿਆਂ ਟਿਕਦੇ। ਪਰ ਹਾਂ ਇੱਕ ਬੇਨਤੀ ਕਰਾਂ, ਜੇ ਯਤਨ ਕਰੀਏ, ਜ਼ੋਰ ਮਾਰੀਏ ਨਾ ਥੋੜਾ ਜਿਹਾ, ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਬਗਲੇ ਨੂੰ, ਕਾਂ ਨੂੰ ਕਾਗੋ ਹੰਸ ਕਰੇ। ਮਹਾਰਾਜ ਕਹਿੰਦੇ ਨੇ ਥੋੜਾ ਜਿਹਾ ਮਨ ਕਿਤੇ ਬਗਲਾ ਬਿਰਤੀ ਵੀ ਕਿਤੇ ਫੁਰਨਾ ਬਣਾ ਲੈ ਵੀ ਮੈਂ ਆਪਣੇ ਔਗਣ ਛੱਡਨੇ ਨੇ। ਸੱਚ ਐਵੇਂ ਮੇਰਾ ਗੁਰੂ ਮਿਹਰ ਕਰਕੇ ਉਹਦੇ ਅੰਦਰ ਨੂੰ ਵੀ ਟਿਕਾਣ ਲੱਗ ਪੈਂਦਾ। ਉਂਝ ਵੈਸੇ ਇਹ ਬਿਰਤੀ ਬੜੀ ਭੈੜੀ ਜੇ। ਨਾਮ ਸਿਮਰਨ, ਕੀਰਤਨ, ਇਬਾਦਤ, ਰੂਹਾਨੀਅਤ, ਇਹ ਸਾਰੇ ਬੰਦਿਆਂ ਦੀ ਖੁਰਾਕ ਨਹੀਂ। ਤੇ ਇਹਦੀ ਕਦਰ ਉਹ ਜਾਣਦਾ, ਇਹਦੀ ਕੀਮਤ ਉਹ ਜਾਣਦਾ ਜਿਨਨੇ ਇਹਨੂੰ ਮਾਣਿਆ ਹੈ। ਦੂਜੇ ਲਈ ਕੋਈ ਕੀਮਤ ਨਹੀਂ। ਭਾਈ ਮਰਦਾਨਾ ਸਾਹਿਬ ਜੀ ਨੇ ਇੱਕ ਵਾਰੀ ਬਾਬਾ ਜੀ ਨੂੰ ਇਹੀ ਸਵਾਲ ਕਰ ਦਿੱਤਾ, ਗੁਰੂ ਨਾਨਕ ਸਾਹਿਬ ਜੀ ਨੂੰ, ਕਿਉਂਕਿ ਮੈਂ ਇੱਕ ਵਾਰ ਅਰਜ਼ ਕੀਤੀ, ਅੱਧੀ ਸਦੀ ਤੋਂ ਵੱਧ ਸਨਮਾਨਯੋਗ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਉਹਨਾਂ ਨੇ। 50 ਸਾਲ ਤੋਂ ਵੱਧ ਸਮਾਂ ਮੇਰੇ ਬਾਬਾ ਜੀ ਦੇ ਨਾਲ ਰਹੇ ਭਾਈ ਸਾਹਿਬ ਜੀ। ਲਾਡ ਵੀ ਕਰਦੇ ਰਹੇ,
ਰੁੱਸਦੇ ਵੀ ਰਹੇ, ਖੁਸ਼ ਵੀ ਹੁੰਦੇ ਰਹੇ। ਅਸਲ 'ਚ ਭਾਈ ਮਰਦਾਨਾ ਇੱਕ ਮਾਧਿਅਮ ਸੀ ਜਿਹਦੇ ਰਾਹੀਂ ਗੁਰੂ ਜਗਤ ਜਲੰਦੇ ਦਾ ਭਲਾ ਕਰ ਰਿਹਾ। ਡਾਕਟਰ ਬਲਬੀਰ ਸਿੰਘ ਕਹਿੰਦਾ ਹੈ ਮਰਦਾਨਾ ਸੁਰਤ ਸੀ, ਬਾਬਾ ਸ਼ਬਦ ਸੀ। ਜਦੋਂ ਸੁਰਤ ਕਿਤੇ ਡਿੱਗਣ ਡੋਲਣ ਲੱਗਦੀ ਸੀ ਤੇ ਸ਼ਬਦ ਦੀ ਕੁਦਮ ਸਹਾਰਾ ਦੇ ਕੇ ਉਹਨੂੰ ਅਡੋਲਤਾ ਬਖਸ਼ ਦਿੰਦਾ ਸੀ। ਉਹਨੇ ਇੱਕ ਪ੍ਰਸ਼ਨ ਕੀਤਾ ਮਹਾਰਾਜ ਜੀ ਨੂੰ, ਬਾਬਾ ਜੀ ਕਿਸੇ ਕਿਸੇ ਪਿੰਡ ਤਾਂ ਜਾਂਦੇ ਆ, ਬੜਾ ਮਾਨ ਸਨਮਾਨ ਹੁੰਦਾ ਹੈ, ਸੰਗਤ ਬਹੁਤ ਪਿਆਰ ਕਰਦੀ ਹੈ, ਤੇ ਕਿਤੇ ਕਿਤੇ ਵੱਟੇ ਵੀ ਪੈਂਦੇ ਆ, ਕੁਰਾਈਆ ਵੀ ਕਹਿੰਦੇ ਆ, ਕਬੋਲ ਵੀ ਬੋਲਦੇ ਆ, ਲੱਤਾਂ ਵੀ ਮਾਰਦੇ ਆ, ਇੱਥੋਂ ਤੱਕ ਸਾਨੂੰ ਸਰੀਰਕ ਤੌਰ ਤੇ ਕਤਲ ਕਰਨ ਤੱਕ ਜਾਂਦੇ ਆ। ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ, ਮੇਰਾ ਰੱਬ ਹੈ ਤੂੰ ਮੇਰਾ ਖੁਦਾ ਹੈ, ਪਰ ਮੇਰੇ ਮਨ 'ਚ ਦੁਬਦਾ ਕਈ ਦਿਨਾਂ ਦੀ ਵੀ ਇੱਕ ਥਾਂ ਤੇ ਅਦਬ, ਦੂਜੇ ਥਾਂ ਤੇ ਬੇਅਦਬੀ ਕਿਉਂ? ਇੱਕ ਥਾਂ ਤੇ ਸਨਮਾਨ ਤੇ ਦੂਜੇ ਥਾਂ ਤੇ ਅਪਮਾਨ ਕਿਉਂ? ਇੱਕ ਥਾਂ ਦੇ ਉੱਪਰ ਸਤਕਾਰ, ਦੂਜੀ ਥਾਂ ਦੇ ਉੱਪਰ ਤਿਰਕਾਰ ਕਿਉਂ? ਬਾਬਾ ਜੀ ਨੇ ਜਦੋਂ ਪਟਨਾ ਸਾਹਿਬ ਪਹੁੰਚੇ ਨਾ, ਪਾਟਲੀ ਪੁੱਤਰ, ਗੁਰੂ ਨਾਨਕ ਸਾਹਿਬ ਗਏ ਆ ਪਟਨਾ, ਹਜ਼ੂਰ ਨੇ ਕਿਹਾ ਮਰਦਾਨਿਆਂ ਸਮਾਂ ਆਏਗਾ ਮੈਂ ਤੇਰੇ ਸਵਾਲ ਦਾ ਉੱਤਰ ਦਿਆਂਗਾ। ਆਪ ਸਭ ਨੂੰ ਪਤਾ ਹੈ ਉੱਥੇ ਮਹਾਰਾਜ ਨੇ ਲਾਲ ਦਿੱਤਾ ਸੀ ਜੀ, ਜਾਂ ਤੂੰ ਇਹ ਲਾਲ ਵੇਚ ਕੇ ਭੋਜਨ ਲਿਆ। ਮੈਂ ਸਾਖੀ ਨਹੀਂ, ਸਿਰਫ ਤੱਤ ਗੱਲ ਜੋ ਬਾਬਾ ਜੀ ਨੇ ਕਹੀ। ਭਾਈ ਮਰਦਾਨਾ ਗਏ, ਲਾਲ ਦੀ ਕੀਮਤ ਸਾਰਿਆਂ ਇੱਕੋ ਜੀ ਪਾਈ। ਕਿਸੇ ਨੇ ਕੱਪੜਾ, ਕਿਸੇ ਨੇ ਮੂਲੀ, ਕਿਸੇ ਨੇ ਗਾਜਰ, ਕਿਸੇ ਨੇ ਲੱਡੂ, ਕਿਸੇ ਨੇ ਬਰਫੀ, ਕਿਸੇ ਨੇ ਕੁਝ ਟਕੇ, ਤੇ ਜਿਹੜਾ ਮਿਲਿਆ ਕਦਰਦਾਨ ਉਹਨੇ ਕਿਹਾ ਮੇਰੀ ਹਵੇਲੀ ਵੀ ਵਿਕ ਜਾਏ ਤੇ ਸਾਰੀ ਦੁਕਾਨ ਵੀ ਵਿਕ ਜਾਏ ਤਾਂ ਵੀ ਨਹੀਂ ਮੈਂ ਖਰੀਦ ਸਕਦਾ। ਸਾਲਸਰਾਏ ਨੇ ਇਹੀ ਕਿਹਾ ਨਾ, ਮੈਂ ਨਹੀਂ ਖਰੀਦ ਸਕਦਾ। ਤੇ ਬੰਦਾ ਏਡਾ ਇਮਾਨਦਾਰ ਨਿਕਲਿਆ ਜੀ। ਨੀਅਤ ਰਾਸ ਰੱਬ ਦੀ ਭਗਤੀ ਏ, ਜਪ ਤਪ ਗੱਲਾਂ ਬਾਅਦ ਦੀਆਂ ਨੇ। ਜੇ ਨੀਅਤ ਸਾਫ਼ ਹੋਵੇਗੀ ਤੇ ਗੁਰੂ ਕੁੰਡਾ ਖੜਕਾ ਕੇ ਘਰ ਵੜ ਜਾਏਗਾ। ਜੇ ਨੀਅਤ ਖੋਟੀ ਹੋਵੇਗੀ ਤੇ ਮਲਕ ਭਾਗੋ ਤਰਲੇ ਵੀ ਲੈਂਦਾ ਰਹੇ ਤਾਂ ਵੀ ਉਹਦੇ ਘਰ ਨਹੀਂ ਜਾਂਦਾ। ਲਾਲੋ ਦੀ ਨੀਅਤ ਰਾਸ ਹੈ। ਬਾਬਾ ਜੀ ਨੇ ਉੱਥੇ ਦਿੱਤਾ ਲਾਲ, ਉਹਨੇ ਸਾਲਸਰਾਏ ਨੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ। ਚਲੋ ਜਦੋਂ ਵਾਪਸ ਆ ਗਏ, ਮਹਾਰਾਜ ਹੱਸ ਕੇ ਕਹਿੰਦੇ ਨੇ ਮਰਦਾਨਿਆਂ ਤੂੰ ਇੱਕ ਦਿਨ ਸਵਾਲ ਕੀਤਾ ਸੀ ਕਿ ਬਾਬਾ ਕੀਰਤਨ ਵੀ ਉਹ, ਸ਼ਬਦ ਵੀ ਉਹ, ਮੈਂ ਤੇ ਤੂੰ ਵੀ ਦੋਵੇਂ ਜਣੇ ਉਹੀ ਆ, ਪਰ ਕਿਤੇ ਸਨਮਾਨ ਤੇ ਕਿਤੇ ਅਪਮਾਨ, ਕਿਤੇ ਸਿਫਤ ਦੇ ਬੋਲ ਮਿੱਠੇ ਤੇ ਕਿਤੇ ਕਬੋਲ। ਬਾਬਾ ਜੀ ਕਹਿੰਦੇ ਅੱਜ ਤੇਰੇ ਹੱਥ 'ਚ ਲਾਲ ਸੀ, ਲਾਲ ਨਾਲ ਕੀ ਬੀਤੀ ਬਾਜ਼ਾਰ ਵਿੱਚ? ਕਹਿੰਦਾ ਬਾਬਾ ਕਿਸੇ ਨੇ ਕੁਝ ਮੁੱਲ ਪਾਇਆ, ਕਿਸੇ ਨੇ ਕੁਝ, ਇੱਕ ਮਿਲਿਆ। ਉਹਨੇ ਕਿਹਾ ਇਹ ਅਮੋਲਕ ਹੈ। ਸਤਿਗੁਰੂ ਕਹਿੰਦੇ ਨੇ ਬਸ ਆਹੀ ਦੁਨੀਆ ਹੀ, ਜਿਨ੍ਹਾਂ ਨੂੰ ਲਾਲ ਦੀ ਸਮਝ ਕੋਈ ਨਹੀਂ ਉਹ ਬੇਕਦਰੀ ਕਰਦੇ ਆ, ਉਹ ਉਹਦੇ ਲਈ ਅਪਮਾਨਜਨਕ ਸ਼ਬਦਾਵਲੀ ਵਰਤਦੇ ਆ। ਜਿਨ੍ਹਾਂ ਨੂੰ ਲਾਲ ਦੀ ਸਮਝ ਹੋਵੇ, ਕਦਰ ਹੋਵੇ, ਉਹ ਉਹਨੂੰ ਦੇਖਣ ਦੀ ਮਾਇਆ ਦੇ ਦਿੰਦੇ ਆ। ਉਹ ਚੇਤੇ ਰੱਖੀ ਮਰਦਾਨਿਆਂ ਭਾਈ ਜੀ, ਗੁਰਸਿੱਖਾ, ਕਿ ਇਸ ਦੁਨੀਆ ਵਿੱਚ ਸਾਰੇ ਬੰਦੇ ਰੂਹਾਨੀਅਤ ਦੇ ਗਾਹਕ ਨਹੀਂ, ਸਾਰੇ ਬੰਦੇ ਨਾਮ ਸ਼ਬਦ ਦੇ ਗਾਹਕ ਨਹੀਂ। ਜਿਹੜਾ ਇਸ ਰਸਤੇ ਤੇ ਤੁਰਿਆ ਉਹਨੂੰ ਪੁੱਛ ਕੇ ਦੇਖੀ ਜਪਜੀ ਦੀ ਕੀਮਤ ਕੀ ਹੈ, ਕੀਰਤਨ ਦੀ ਕੀਮਤ ਕੀ ਹੈ। ਗੁਰੂ ਸੱਚੇ ਪਾਤਸ਼ਾਹ ਜੀ ਨੇ, ਜਿਹੜੀ ਮੈਂ ਬੇਨਤੀ ਕਰ ਰਿਹਾ, ਕਿਆ ਬਪੜਾ ਛਪੜੀ ਨਾਏ, ਬਗਲਾ ਨਹਾਈ ਜਾਏ ਉਹਦੀ ਮੈਲ ਨਹੀਂ ਜਾਣੀ। ਮੈਂ ਅਰਜ਼ ਕੀਤੀ ਉਹ ਬਗਲਾ ਬਿਰਤੀ ਹੈ ਮਨ ਦੀ ਕਠੋਰਤਾ, ਕਪਟ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੈ ਸੱਚ ਵਰਤਦਾ ਕੂੜਿਆਰਾਂ, ਚਿੱਤ ਉਦਾਸ ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕਰ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਤਿਗੁਰੂ ਕਹਿੰਦੇ ਨੇ ਬਗਲਾ ਬਿਰਤੀ, ਇਹ ਵਾਸ਼ਨਾ ਦੀ ਛਪੜੀ ਵਿੱਚ ਨਹਾਉਂਦੇ ਪਏ ਆ, ਚਿੱਕੜ 'ਚ ਡੁੱਬੇ ਆ, ਇਹਨਾਂ ਦੀ ਮੈਲ ਨਹੀਂ ਉਤਰਦੀ ਰਹਾਉ। ਇਹ ਸਤਿਗੁਰਾਂ ਨੇ 2 ਤੁਕਾਂ ਸਾਨੂੰ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ। ਰੱਖ ਰੱਖ ਚਾਰਨ ਧਰੇ ਵਿਚਾਰੇ। ਹੁਣ ਅਗਲੀ ਇਸ ਤੁਕ ਵਿੱਚ ਸਤਿਗੁਰੂ ਫਿਰ ਅਧਿਆਤਮਿਕ ਜੀਵਨ ਕਮਾਉਣ ਵਾਲੇ ਦੀ ਗੱਲ ਕਰਦੇ ਆ। ਰੱਖ ਰੱਖ ਚਰਨ ਧਰੇ ਵਿਚਾਰੀ। ਚਰਨ ਦਾ ਅਰਥ ਜੀ ਪੈਰ, ਕਦਮ। ਕਹਿੰਦੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਉਹ ਜੀਵਨ ਦੇ ਪੰਧ ਵਿੱਚ ਇੱਕ ਇੱਕ ਕਦਮ ਫੂਕ ਫੂਕ ਕੇ ਰੱਖਦੇ ਆ। ਇੱਕ ਇੱਕ ਕਦਮ, ਇੱਕ ਇੱਕ ਚਰਨ।
ਉਹ ਵੇਖ ਕੇ ਰੱਖ ਦਿਆ ਕਿਤੇ ਮੇਰੇ ਤੋਂ ਜ਼ਿੰਦਗੀ 'ਚ ਭੁੱਲ ਨਾ ਹੋ ਜਾਏ, ਗਲਤੀ ਨਾ ਹੋ ਜਾਏ। ਮਹਾਰਾਜ ਕਹਿੰਦੇ ਉਹ ਇੰਨੇ ਸੁਚੇਤ ਹੋ ਕੇ ਚੱਲਦੇ ਆ, ਰੂਹਾਨੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਕਦਮ ਕਦਮ ਉਹ ਸੁਚੇਤ ਰਹਿੰਦੇ ਹਨ। ਦੁਬਿਧਾ ਛੋੜ ਭਏ ਨਿਰੰਕਾਰੀ। ਦੁਬਿਧਾ ਛੋੜ ਭੈ ਨਿਰੰਕਾਰੀ। ਦੁਬਿਧਾ ਦਾ ਅਰਥ ਹੁੰਦਾ ਹੈ ਕਿ ਅੰਦਰ ਦੀ ਦੋ ਭਾਂਤੀ ਚਾਲ। ਪਹਿਲਾਂ ਮਨ ਕਹਿਣਾ ਕਰ ਲਈਏ, ਫਿਰ ਸ਼ੱਕ ਕਰ ਲੈਣਾ, ਫਾਇਦਾ ਹੀ ਕੋਈ ਨਹੀਂ ਹੋਣਾ। ਦੁਬਿਧਾ ਨਾ, ਦੋ ਪਾਸੇ ਚੱਲਣਾ, ਸਿੱਧੀ ਜੀ ਗੱਲ। ਮਹਾਰਾਜ ਕਹਿੰਦੇ ਜਿਹੜੇ ਆਪਣੀ ਜ਼ਿੰਦਗੀ 'ਚ ਪੂਰਨ ਤੌਰ ਤੇ ਸੁਚੇਤ ਹੋ ਕੇ ਇੱਕ ਇੱਕ ਕਦਮ ਵਿਚਾਰ ਨਾ ਰੱਖਦੇ ਨੇ, ਉਹ ਦੁਬਿਧਾ ਨੂੰ ਛੋੜ ਕੇ ਭੈ ਨਿਰੰਕਾਰੀ। ਇੱਥੇ ਨਿਰੰਕਾਰੀ ਦਾ ਅਰਥ ਹੈ ਨਿਰੰਕਾਰ ਦੇ ਹੋ ਗਏ। ਮੈਂ ਇਸ ਕਿਸੇ ਸੰਪਰਦਾ ਦਾ ਜ਼ਿਕਰ ਨਹੀਂ ਕਰ ਰਿਹਾ ਇੱਥੇ ਨਿਰੰਕਾਰੀ ਦਾ। ਇੱਥੇ ਨਿਰੰਕਾਰੀ ਦਾ ਅਰਥ ਹੈ ਨਿਰੰਕਾਰ ਦੇ ਨਾਲ ਜੁੜੇ ਹੋਏ। ਬਦਕਿਸਮਤੀ ਇਹ ਵੇ, ਕੱਲ ਵੀ ਮੈਂ ਕਿਹਾ ਰੂਹਾਨੀ ਸ਼ਬਦਾਂ ਦੇ ਅਰਥ ਗਲਤ ਬੰਦੇ ਕਰੀ ਜਾਂਦੇ ਆ, ਗਲਤ ਤਰੀਕੇ ਨਾਲੋਂ ਦਿਖਾਇਆ ਜਾਂਦਾ। ਉਹ ਨਿਰੰਕਾਰ ਜਿਹੜਾ ਕਾਰ ਤੋਂ ਰਹਿਤ ਹੈ, ਜਿਹੜਾ ਢਾਂਚੇ ਤੋਂ ਰਹਿਤ ਹੈ, ਜਿਹਦਾ ਕੋਈ ਸਟਰਕਚਰ ਨਹੀਂ, ਸੱਚਮੁੱਚ ਉਹ ਨਿਰਾਕਾਰ ਹੋ ਗਏ। ਉਹ ਨਿਰਾਕਾਰ ਵੀ ਜੁੜ ਗਏ। ਉਹਨਾਂ ਨੇ ਆਪਣੇ ਅੰਦਰ ਦੀ ਦੁਬਿਧਾ ਛੱਡ ਦਿੱਤੀ। ਉਹ ਨਿਰਾਕਾਰ ਵਿੱਚ ਅਭੇਦ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਮੁਕਤ ਪਦਾਰਥ ਹਰ ਰਸ ਚਾਖ ਹੈ। ਇਹਦੇ ਅਰਥ ਇਉਂ ਕਰੀਏ, ਹਰ ਰਸ ਚਾਖ ਹੈ ਮੁਕਤ ਪਦਾਰਥ। ਮੈਂ ਤੁਕ ਨਹੀਂ ਬਦਲ ਰਿਹਾ। ਇੱਕ ਵਾਰ ਕਥਾ ਕਰਦੇ ਆਪ ਨੂੰ ਅਰਜ਼ ਕੀਤੀ ਸੀ ਜੀ, ਇਹ ਜਿਹੜੀ ਕਵਿਤਾ ਹੈ ਨਾ, ਉਂਝ ਮੈਂ ਇਹ ਨਹੀਂ ਆਪਾਂ ਬਾਣੀ ਲਈ ਸ਼ਬਦ ਵਰਤਾਂਗੇ, ਕਾਵਕ ਰੂਪ ਪੋਇਟਰੀ ਹੈ ਨਾ, ਪਰ ਇਹ ਆਮ ਦੁਨਿਆਵੀ ਕਵਿਤਾ ਨਹੀਂ, ਇਹ ਆਮ ਕਵੀਆਂ ਦੀ ਰਚਨਾ ਨਹੀਂ। ਕਵੀ ਨੂੰ ਕੁਝ ਕੁ ਹਾਕਾ ਹਕੂਕ ਹੁੰਦੇ ਆ, ਉਹ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਲੈਂਦਾ, ਪਰ ਜਦੋਂ ਅਰਥ ਕਰਨੇ ਹੋਣ ਉਦੋਂ ਅਰਥ ਕਰਨ ਵਾਲੇ ਨੂੰ ਸੋਚਣਾ ਪੈਂਦਾ ਵੀ ਅਰਥ ਕਿਵੇਂ ਹੋਣਗੇ। ਜਿਵੇਂ ਇੱਕ ਦਿਨ ਆਪ ਨੂੰ ਬੇਨਤੀ ਕੀਤੀ ਸੀ ਜੀ, ਇਹ ਰਾਖੋ ਕੰਧ ਉਸਾਰੋ ਨੀਵਾ। ਰਾਖੋ ਕੰਧ ਉਸਾਰੋ ਨੀਵਾ ਭਗਤ ਰਵਿਦਾਸ ਜੀ ਦਾ ਸ਼ਬਦ ਹੈ। 3.5 ਹਾਥ ਤੇਰੀ ਸੀਵਾ। ਹੁਣ ਆਪਾਂ ਕਦੀ ਇਹ ਥੋੜਾ ਕਹਿੰਦੇ ਆ ਜੀ ਅੱਜ ਅਸੀਂ ਕੰਧ ਰੱਖਣ ਚੱਲੇ ਆ, ਆਪਾਂ ਕਹਿੰਦੇ ਅੱਜ ਅਸੀਂ ਨੀਂਹ ਰੱਖਣ ਲੱਗੇ ਆ। ਨੀਂਹ ਰੱਖੀ ਜਾਂਦੀ ਏ ਤੇ ਕੰਧ ਨੀਂਹ ਦੇ ਉੱਤੇ ਉਸਾਰੀ ਜਾਂਦੀ ਹੈ। ਪਰ ਇੱਥੇ ਗੁਰੂ ਜੀ ਕਹਿ ਰਹੇ ਨੇ ਰਾਖੋ ਕੰਧ ਉਸਾਰੋ ਨੀਵਾ, ਕਿਉਂਕਿ ਪੋਇਟਰੀ ਵਿੱਚ, ਕਵਿਤਾ ਵਿੱਚ ਉਹ ਤੁਕਾਂਤ ਨੂੰ, ਮਾਤਰਾ ਨੂੰ ਪੂਰਾ ਕਰ ਲਈ, ਪਰ ਜਦੋਂ ਇਹਦੇ ਅਰਥ ਕਰਾਂਗੇ ਉਦੋਂ ਅਨਵੈ ਅਰਥ ਹੋਣਗੇ। ਉਦੋਂ ਅਰਥ ਹੋਣਗੇ ਰਾਖੋ ਨੀਵਾ ਉਸਾਰੋ ਕੰਧ। ਫਿਰ ਬੇਨਤੀ ਸੁਣੀਏ, ਤੁਕ ਬਦਲਣ ਦੀ ਗੱਲ ਨਹੀਂ। ਜਿਹੜੇ ਸੂਝਵਾਨ ਪੁਰਾਣੇ ਸਗੁੜ ਗਿਆਨੀ ਨੇ ਉਹ ਮੇਰੀ ਬੇਨਤੀ ਨੂੰ ਸਮਝਣਗੇ ਕਿ ਰਾਖੋ ਕੰਧ ਉਸਾਰੋ ਨੀਵਾ, ਇਹ ਅਨਵੈ ਅਰਥ। ਹੁਣ ਜਿਵੇਂ ਇੱਥੇ ਮਹਾਰਾਜ ਜੀ ਨੇ ਕਿਹਾ ਮੁਕਤ ਪਦਾਰਥ ਹਰ ਰਸ ਚੱਖ ਹੈ, ਇਹਦੇ ਅਰਥ ਆਪਾਂ ਕਰਾਂਗੇ ਹਰ ਰਸ ਚੱਖ ਹੈ। ਉਹ ਖਰੀ ਦੇ ਰਸ ਨੂੰ ਚੱਖਦਾ ਹੈ, ਮਾਣਦਾ ਹੈ, ਤੇ ਉਸ ਹਰ ਰਸ ਚੱਖਣ ਦੇ ਨਾਲ ਮੁਕਤ ਪਦਾਰਥ, ਉਹਨੂੰ ਮੁਕਤੀ ਦਾ ਪਦਾਰਥ ਮਿਲਦਾ, ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਹਾਲਾਂ ਚਲੋ ਜਿਸ ਦਿਨ ਕਿਸੇ ਦਿਨ ਸ਼ਬਦ ਪ੍ਰਕਰਨ ਚ ਆਇਆ ਮੁਕਤੀ ਬਾਰੇ, ਗੁਰਬਾਣੀ ਦੀ ਮੁਕਤੀ ਸ਼ਬਦ ਬੜਾ ਵੱਖਰਾ ਜੇ। ਆਮ ਤੌਰ ਤੇ ਸਾਡੇ ਸੱਜਣ ਇਹ ਕਹਿੰਦੇ ਆ ਵੀ ਅਰਦਾਸ ਕਰੋ ਮੁਕਤ ਹੋ ਜਾਈਏ, ਜਨਮ ਮਰਨ ਤੋਂ ਰਹਿਤ ਹੋ ਜਾਈਏ। ਪਰ ਜਿਨੇ ਖਰੀ ਰਸ ਚੱਖ ਲਿਆ ਉਹ ਜਿਉਂਦੇ ਜੀ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਮੁਕਤ ਹੋ ਗਿਆ। ਉਹਨੂੰ ਬੰਧਨ ਕੋਈ ਨਹੀਂ। ਮੁਕਤ ਪਦਾਰਥ ਉਹਨੂੰ ਮਿਲਦਾ ਹੈ ਜਿਨੇ ਹਰ ਰਸ ਚਖਿਆ ਹੈ। ਆਵਨ ਜਾਣ ਰਹੇ ਗੁਰ ਰਾਖੇ। ਆਵਨ ਜਾਣ ਰਹੇ, ਜਿਹੜੇ ਹਰ ਰਸ ਨੂੰ ਚੱਖਦੇ ਨੇ ਉਹਨਾਂ ਦਾ ਆਉਣਾ ਤੇ ਜਾਣਾ ਮੁੱਕ ਗਿਆ। ਰਹੇ ਦਾ ਅਰਥ ਖਤਮ ਹੋ ਗਿਆ। ਨਾ ਜਨਮ ਤੇ ਨਾ ਮੌਤ। ਕਿਉਂ ਕਿੰਨੇ ਰੱਖ ਲਿਆ ਜੀ? ਗੁਰ ਰਾਖੇ, ਸਤਿਗੁਰੂ ਨੇ ਉਹਨਾਂ ਨੂੰ ਮਿਹਰ ਕਰਕੇ ਰੱਖ ਲਿਆ। ਨਾ ਜਨਮ ਤੇ ਨਾ ਮਰਨ। ਸਰਵਰ ਹੰਸਾ ਛੋੜ ਨਾ ਜਾਏ। ਸਰਵਰ ਹੰਸਾ ਛੋੜ ਨਾ ਜਾਏ। ਹੰਸ ਕਦੀ ਮਾਨ ਸਰੋਵਰ ਨੂੰ ਨਹੀਂ ਛੱਡਦਾ। ਇਹਦਾ ਅਰਥ ਕਿ ਗੁਰਮੁਖ ਜਪਣ ਵਾਲਾ ਗੁਰਮੁਖ ਸੰਤ ਮਹਾਂਪੁਰਖ ਉਹ ਕਦੀ ਵੀ ਆਪਣੇ ਸਤਿਗੁਰੂ ਨੂੰ ਨਹੀਂ ਛੱਡਦਾ। ਉਹ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ, ਜੀ ਨਹੀਂ ਸਕਦਾ। ਹੁਣ ਜੇ ਇਹ ਕਹੀਏ ਜੀ ਸਾਡਾ ਸਰੀਰ ਸਵਾਸਾਂ ਤੋਂ ਬਿਨਾਂ ਰਹਿ ਜਾਏਗਾ, ਕਦੀ ਹੋ ਸਕਦਾ ਜੀ? ਜਿਵੇਂ ਸਵਾਸ ਤੋਂ ਬਿਨਾਂ ਦਿਉਹਰੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਬੰਦਗੀ ਕਰਨ ਵਾਲਾ ਆਪਣੇ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਮੇਰੇ ਪ੍ਰੀਤਮਾ,
ਹੋਂ ਜੀਵਾ ਨਾਮ ਧਿਆਏ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਗੁਰੂ ਜੀ ਕਹਿੰਦੇ ਨੇ ਹੰਸ ਜਿਵੇਂ ਸਰੋਵਰ ਨੂੰ ਨਹੀਂ ਛੱਡਦਾ, ਗੁਰਸਿੱਖ ਗੁਰੂ ਸਰੋਵਰ ਨੂੰ ਕਦੀ ਨਹੀਂ ਛੱਡਦਾ। ਉਹ ਗੁਰੂ ਦੇ ਸ਼ਬਦ ਨਾਲ, ਨਾਮ ਰਤਨ ਨਾਲ ਜੁੜਿਆ ਰਹਿੰਦਾ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮ ਭਗਤ ਕਰ ਸਹਿਜ ਸਮਾਏ। ਉਹਨੇ, ਉਹ ਸੱਜਣ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ, ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਇਹਦਾ ਅਰਥ ਹੈ ਭਗਤੀ। ਸੂਝਵਾਨ ਸੱਜਣ ਦੱਸਦੇ ਆ, ਉਂਝ ਤਾਂ ਪਿਆਰਿਓ ਜੇ ਅਸੀਂ ਕਹੀਏ ਨਾ ਵੀ ਗੁਰਬਾਣੀ ਨੂੰ ਅਸੀਂ ਕਿਸੇ ਢਾਂਚੇ 'ਚ ਬੰਨ੍ਹ ਕੇ ਅਰਥ ਕਰਾਂਗੇ, ਖਿਮਾ ਕਰਿਓ, ਇਹ ਉਹ ਰੱਬੀ ਗਿਆਨ ਹੈ ਜਿਹਨੂੰ ਕਿਸੇ ਆਪਾਂ ਢਾਂਚੇ 'ਚ ਬੰਨ੍ਹ ਕੇ ਕੀ ਅਰਥ ਕਰ ਸਕਾਂਗੇ। ਪ੍ਰੇਮ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ। ਉਹਨਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਹੱਠ ਨਹੀਂ, ਸੁੱਕਾ ਨਹੀਂ, ਪ੍ਰੇਮ 'ਚ ਭਿੱਜੇ। ਗੁਰੂ ਘਰ ਵਿੱਚ ਪ੍ਰੇਮਾ ਭਗਤੀ ਸਵੀਕਾਰ ਕੀਤੀ, ਹੱਠ ਵਾਲੀ ਨਹੀਂ। ਆ ਜਿਹੜਾ ਪੁੱਠਾ ਲਟਕਣਾ, ਅੱਗ ਬਾਲ ਕੇ ਬੈਠੇ ਰਹਿਣਾ, ਐਵੇਂ ਠੰਡੇ ਪਾਣੀ 'ਚ ਖਲੋਤੇ ਰਹਿਣਾ, ਗੁਰੂ ਘਰ ਦੇ ਅੰਦਰ ਪ੍ਰੇਮਾ ਭਗਤੀ ਨੂੰ ਥਾਂ ਦਿੱਤੀ ਏ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ, ਸਾਚ ਕਹੂੰ ਸੁਨ ਲਿਓ ਸਭ ਹੈ, ਚਿਨ ਪ੍ਰੇਮ ਕੀਓ ਤਿਨਿ ਪ੍ਰਪਾਇ। ਜਿਨ੍ਹਾਂ ਨੇ ਪ੍ਰੇਮਾ, ਉਹ ਪ੍ਰੇਮਾ ਭਗਤੀ ਕਰਦੇ ਆ ਤੇ ਉਹ ਜਿਹੜੇ ਨੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਆ। ਚੌਥੇ ਪਦ ਵਿੱਚ ਸਹਿਜ ਅਵਸਥਾ ਆਤਮਿਕ ਜੀਵਨ ਦਾ ਸਿਖਰ ਹੈ ਜੀ। ਇਹਨੂੰ ਗੁਰੂ ਜੀ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁਖੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਉਹ ਉਸ ਅਵਸਥਾ ਵਿੱਚ ਪ੍ਰੇਮਾ ਭਗਤੀ ਕਰਕੇ, ਪ੍ਰੇਮ 'ਚ ਭਿੱਜ ਕੇ, ਬੱਧਾ ਚੱਟੀ ਨਹੀਂ, ਪ੍ਰੇਮਾ ਭਗਤੀ ਜੁੜੇ ਹੋਏ ਸਹਿਜ ਅਵਸਥਾ ਵੀ ਸਮਾਉਂਦੇ ਹਨ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਸਰਵਰ ਮਹਿ ਹੰਸ, ਇਹਦੇ ਅਰਥ ਆਪ ਜੀ ਸੁਣਿਓ। ਹੰਸ ਜਿਹੜਾ ਉਹ ਸਰੋਵਰ 'ਚ ਹੈ, ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਇਹ ਏਕਤਾ ਹੈ, ਅਭੇਦਤਾ ਇਹਦੇ ਵਿੱਚ, ਅਕਰੂਪਤਾ ਹੈ। ਇਹ ਇੱਕ ਰੂਪ ਹੋ ਗਿਆ, ਇਹ ਤਦਰੂਪਤਾ ਹੈ। ਸਰਵਰ ਮੈਂ ਹੰਸ, ਇਹਦਾ ਅਰਥ ਹੋ ਗਿਆ, ਸਰਵਰ ਦਾ ਅਰਥ ਗੁਰੂ। ਗੁਰੂ ਦੇ ਵਿੱਚ ਹੰਸ ਸਿੱਖ ਸਮਾ ਗਿਆ। ਹੰਸ ਮੈਂ ਸਾਗਰ, ਤੇ ਪਿਆਰਿਓ ਇਸ ਸਿੱਖ ਹੰਸ ਦੇ ਵਿੱਚ ਸਮੁੰਦਰ ਗੁਰੂ ਸਮਾ ਗਿਆ। ਟੀਕਾਕਾਰ ਗੁਰਮੁਖਾਂ ਨੇ ਅਰਥ ਇਹ ਕੀਤੇ ਨੇ। ਮੇਰੇ ਮਾਨਸੀ ਵੀ ਜੇ ਦੇ ਅਰਥ ਆਪਾਂ ਇਉਂ ਕਰ ਲਈਏ, ਪਰ ਦਾਵਾ ਨਹੀਂ। ਸਰਵਰ ਮੈਂ ਹੰਸ, ਸਰਵਰ ਦਾ ਅਰਥ ਗੁਰੂ। ਜਿਹੜਾ ਗੁਰੂ ਜੀ ਨੇ ਉਹਦੇ ਵਿੱਚ ਸਿੱਖ ਰਹਿੰਦਾ, ਸਿੱਖ ਜਿਹੜਾ ਉਹ ਗੁਰੂ ਵਿੱਚ ਟਿਕਿਆ। ਹੰਸ ਮੈਂ ਸਾਗਰ, ਤੇ ਗੁਰੂ ਨੇ ਇੰਨੀ ਕਿਰਪਾ ਕੀਤੀ, ਉਹਨੇ ਸਿੱਖ ਦੇ ਵਿੱਚ ਰੱਬ ਪ੍ਰਗਟ ਕਰ ਦਿੱਤਾ। ਉਹਦੇ ਵਿੱਚ ਸਾਗਰ ਪ੍ਰਮਾਤਮਾ, ਸਿੱਖ ਗੁਰੂ ਵਿੱਚ, ਤੇ ਸਿੱਖ ਅੰਦਰ ਰੱਬ ਪ੍ਰਗਟ ਹੋ ਗਿਆ। ਇਹ ਦੋਨੋਂ ਓਤ ਪੋਤ ਹੋ ਗਏ, ਇੱਕ ਮਿਕ ਹੋਏ ਹਨ। ਅਕਥ ਕਥਾ ਗੁਰ ਬਚਨੀ ਆਦਰ। ਉਹ ਪ੍ਰਮਾਤਮਾ ਜਿਹਨੂੰ ਅੱਜ ਤੱਕ ਕਥਿਆ ਨਹੀਂ ਗਿਆ, ਕੋਈ ਨਹੀਂ ਉਹਨੂੰ ਮੁਕੰਮਲ ਕੱਥ ਸਕਿਆ ਜੀ। ਇਹੀ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਨਿਰਮਾਣਤਾ ਹੈ, ਨਿਮਰਤਾ ਹੈ, ਕਿ ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਰੱਬ ਜੀ ਮੈਂ ਸਭ ਕੁਝ ਕੱਥ ਚੱਲਿਆ ਵਾਂ। ਇੱਥੋਂ ਤੱਕ ਤਾਂ ਮਹਾਰਾਜ ਕਈ ਵਾਰੀ ਮਿੱਠੀ ਝਿੜਕ ਮਾਰ ਦਿੰਦੇ ਆ, ਜਿਹੜਾ ਕਹਿੰਦਾ ਮੈਂ ਸਭ ਕੁਝ ਕੱਥ ਦਿੱਤਾ। ਆਪ ਜਪਜੀ ਸਾਹਿਬ ਚ ਪੜ੍ਹਦੇ ਹੋ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ। ਕਈ ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਜ਼ੁਬਾਨ ਵਿਗਾੜ ਕੇ ਕਹੇ ਨਹੀਂ ਜੀ ਮੈਂ ਮੁਕੰਮਲ ਕਹਿ ਦਿੱਤਾ, ਮੇਰੇ ਕੋਲ ਸਭ ਕੁਝ ਹੈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਮੂਰਖਾਂ ਸਿਰ ਮੂਰਖ ਹੈ ਜਿਹੜਾ ਕਹਿੰਦਾ ਮੈਂ ਕੱਥ ਗਿਆ। ਗੁਰੂ ਜੀ ਕਹਿੰਦੇ ਨਹੀਂ, ਅਕਥ ਕਥਾ, ਉਸ ਕਥਾ ਨੂੰ ਕਥੇ ਨਹੀਂ ਜਾ ਸਕਦਾ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪਰ ਇਹ ਤੋਂ ਪਹਿਲੀ ਤੋਂ ਕਿ ਜੇ ਖਾਉ ਜਾਣਾ, ਇਹ ਅਕਾਥੀ ਰਹਿੰਦਾ, ਨਹੀਂ ਕੋਈ ਕੱਥ ਸਕਦਾ।
ਜੇ ਕੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ। ਉਹਨੂੰ ਕੋਈ ਨਹੀਂ ਕੱਥ ਸਕਿਆ। ਹਾਂ, ਫਿਰ ਜੇ ਨਹੀਂ ਕੱਥ ਸਕਿਆ ਤੇ ਫਿਰ ਇੰਨੀਆਂ ਕਥਾਵਾਂ ਦਾ ਕੀ ਫਾਇਦਾ, ਇਸ ਦਾ ਕੀ ਲਾਭ? ਅਕਥ ਨੂੰ ਕਥਿਆ ਨਹੀਂ ਜਾ ਸਕਦਾ, ਪਰ ਕਥਨ ਵਾਲਾ ਕੱਥਦਾ ਇੱਕ ਦਿਨ ਅਕਥ ਵਿੱਚ ਲੀਨ ਹੋ ਜਾਂਦਾ ਹੈ। ਸਿੱਧੀ ਗੱਲ, ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ, ਨਿੱਕੀ ਜੀ ਅੱਗ ਦੀ ਚਿੰਗਾਰੀ ਸੂਰਜ ਵਿੱਚ ਮਿਲ ਜਾਂਦੀ ਹੈ। ਕਥਨ ਇਸ ਕਰਕੇ ਕੀਤਾ ਜਾਂਦਾ ਹੈ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਉਹ ਅਕਥ ਹੈ ਤੇ ਗੁਰੂ ਦੇ ਬਚਨਾਂ ਨਾਲ ਉਸ ਸਿੱਖ ਨੇ ਆਦਰ ਇੱਜ਼ਤ ਪਾਈ ਹੈ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਦਾ ਅਰਥ ਹੈ ਅਫੁਰ ਅਵਸਥਾ। ਅਫੁਰ ਮੰਡਲ ਵਿੱਚ ਸਾਡੇ ਗੁਰਮੁਖ ਟੀਕਾਕਾਰਾਂ ਨੇ ਇਹਦੇ ਅਰਥ ਇਉਂ ਵੀ ਕੀਤੇ ਆ ਕਿ ਅਫੁਰ ਅਵਸਥਾ ਦੇ ਵਿੱਚ ਜੁੜੇ ਹੋਏ, ਜੋਗੀ ਦਾ ਅਰਥ ਜੁੜੇ ਹੋਏ, ਜੁੜਿਆ ਹੋਇਆ ਬੈਠਾ ਹੈ, ਪਰ ਦਾਵਾ ਨਹੀਂ। ਸੁਨ ਮੰਡਲ ਇੱਕ ਜੋਗੀ ਬੈਸੇ, ਇੱਕ ਅਕਾਲ ਪੁਰਖ ਵਾਹਿਗੁਰੂ ਉਸ ਅਫੁਰ ਅਵਸਥਾ ਵਿੱਚ ਆਪ ਹੀ ਉਹ ਬੈਠਾ ਹੈ, ਜਿਸ ਦਾ ਜਿਹਨੂੰ ਕਥਿਆ ਨਹੀਂ ਜਾ ਸਕਦਾ। ਸੁਨ ਮੰਡਲ ਵਿੱਚ ਅਫੁਰ ਅਵਸਥਾ, ਆਪ ਪਾਰ ਬ੍ਰਹਮ ਪਰਮੇਸ਼ਵਰ ਬੈਠਾ ਹੈ। ਨਾਰਨ ਪੁਰਖ ਕਹੋ ਕਉ ਕੈਸੇ। ਨਾਰਨ ਪੁਰਖ ਕਹੋ ਕਉ ਕੈਸੇ। ਉਸ ਪਰਮਾਤਮਾ ਨੂੰ ਮਰਦ ਕਹੀਏ ਕਿ ਇਸਤਰੀ ਕਹੀਏ? ਉਹ ਨਾ ਪੁਰਖ ਹੈ ਨਾ ਇਸਤਰੀ ਹੈ, ਕਹੋ ਕਉ ਕੈਸੇ। ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ? ਉਂਝ ਪਿਆਰਿਓ ਯਾਦ ਰੱਖਿਓ, ਅਧਿਆਤਮਿਕ ਤੌਰ ਤੇ ਜ਼ਿਆਦਾਤਰ ਪਰਮਾਤਮਾ ਨੂੰ ਪੁਲਿੰਗ ਰੂਪ ਵਿੱਚ ਹੀ ਬਿਆਨ ਕੀਤਾ ਗਿਆ। ਹਾਲਾਂਕਿ ਗੁਰਬਾਣੀ ਨੇ ਇਸਤਰੀ ਲਿੰਗ ਰੂਪ ਵਿੱਚ ਵੀ ਪਰਮਾਤਮਾ ਦਾ ਜ਼ਿਕਰ ਕੀਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜਦੋਂ ਮਾਤਾ ਆਏਗਾ ਇਸਤਰੀ ਲਿੰਗ ਹੈ। ਤੂੰ ਮਾਤ ਪਿਤਾ, ਮਾਂ ਸ਼ਬਦ ਵੀ ਆਇਆ। ਜਾਂ ਸਭਨਾ ਕਾ ਮਾਂ ਪਿਓ ਆਪ ਹੈ। ਅਸੀਂ ਇਨਸਾਨ, ਉਹਨੂੰ ਇਨਸਾਨ ਦੇ ਰੂਪ ਵਿੱਚ ਦੇਖਨੇ ਆ। ਹਾਲਾਂਕਿ ਮੈਂ ਕਿਹਾ ਬਾਣੀਕਾਰ ਉਹਨੂੰ ਉਸ ਰੂਪ ਚ ਹੀ ਦੇਖਣਗੇ। ਤੇ ਜਿਵੇਂ ਅਸੀਂ ਸ਼ਬਦ ਵਰਤਨੇ ਆ, ਤੇਰੇ ਬੰਕੇ ਲੋਇਣ ਦੰਤਰ ਸਾਲਨਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਇਹ ਤਾਂ ਮਰਦ ਦਾ ਇਨਸਾਨ ਦਾ ਫੇਸ ਬਣ ਰਿਹਾ। ਇਹ ਸਿਰਫ ਸਾਡੀ ਭਾਵਨਾ ਲਈ ਹੈ। ਤੂੰ ਮਾਂ ਹੈ, ਤੂੰ ਪਿਓ ਹੈ, ਤੂੰ ਸੱਜਣ ਹੈ, ਤੂੰ ਮਿੱਤਰ ਹੈ। ਸੱਚ ਵੇ ਪਰਮਾਤਮਾ ਦਾ ਕੋਈ ਲਿੰਗ ਨਹੀਂ, ਨਾ ਉਹ ਮਰਦ ਹੈ ਨਾ ਉਹ ਇਸਤਰੀ। ਉਹ ਹੈ ਜ਼ਰੂਰ ਸਰਬ ਵਿਆਪਕ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹੀਂ, ਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕਹੇ। ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ। ਇੱਥੇ ਗੁਰੂ ਜੀ ਕਹਿੰਦੇ ਕੀ ਕਹੋਗੇ? ਉਹ ਮਰਦ ਹੈ, ਉਹ ਇਸਤਰੀ ਹੈ। ਇਹ ਤਾਂ ਇਨਸਾਨ ਦੀ ਜਿਹੋ ਜੀ ਭਾਵਨਾ ਬਣੀ, ਕਿਤੇ ਉਹਨੇ ਇਸਤਰੀ ਰੂਪ ਉਹਨੂੰ ਜਾਣ ਕੇ ਪੂਜ ਲਿਆ, ਕਿਤੇ ਮਰਦ ਰੂਪ ਜਾਣ ਕੇ ਪੂਜ ਲਿਆ। ਇਹ ਬੰਦੇ ਨੇ ਬਣਾਇਆ ਜੀ ਇਹ ਇਸਤਰੀ ਰੂਪ ਜਾਂ ਮਰਦ ਰੂਪ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜਾ ਰੂਪ ਹੈ ਜੀ ਉਹਦਾ? ਨਾ ਉਹ ਨਾਰ ਨਾ ਪੁਰਖ ਹੈ, ਉਹਨੂੰ ਕੌਣ ਬਿਆਨ ਕਰ ਸਕਦਾ ਹੈ? ਤ੍ਰੇ ਭਵਨ ਜੋਤ ਰਹੇ ਲਿਵ ਲਾਈ। ਹੁਣ ਸਾਡੇ ਮਨ ਚ ਆਉਣਾ ਸੀ ਜੇ ਮਰਦ ਨਹੀਂ ਤੇ ਇਸਤਰੀ ਨਹੀਂ ਤੇ ਫਿਰ ਉਹਦੀ ਹੋਂਦ ਕੀ? ਅੱਗੇ ਗੁਰੂ ਜੀ ਕਹਿੰਦੇ ਤਰ ਭਵਨ ਜੋਤ ਰਹੇ ਲਿਵ ਲਾਈ। ਹਜ਼ੂਰ ਕਹਿੰਦੇ ਨੇ ਇਹ ਨਹੀਂ ਕਿ ਉਹ ਹੈ ਨਹੀਂ, ਉਹਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਹੈ। ਨਾਰ ਹੈ, ਪੁਰਖ ਹੈ, ਇਸਤਰੀ ਹੈ, ਕੋਈ ਪਤਾ ਨਹੀਂ, ਪਰ ਉਹਦੀ ਜੋਤ ਜਿਹੜੀ ਤਿੰਨਾਂ ਭਵਨਾਂ ਵਿੱਚ ਹੈ। ਤੇ ਜਿਹੜੀ ਇਹ ਸ੍ਰਿਸ਼ਟੀ ਹੈ ਇਹ ਉਹਦੇ ਵਿੱਚ ਲਿਵ ਲਾ ਕੇ ਬੈਠੀ ਹੈ। ਫਿਰ ਮੈਂ ਇਹਦੇ ਅਰਥ ਦੁਹਰਾ ਦੇਣਾ ਕਿ ਉਸ ਦਾ ਕੋਈ ਵੀ ਇਸਤਰੀ ਪੁਰਸ਼ ਰੂਪ ਵਿੱਚ ਨਹੀਂ ਬਿਆਨ ਕਰ ਸਕਾਂਗੇ। ਤਿੰਨਾਂ ਭਵਨਾਂ ਵਿੱਚ ਉਹਦੀ ਜੋਤ ਹੈ, ਸਾਰੀ ਸ੍ਰਿਸ਼ਟੀ ਉਸ ਵਿੱਚ ਲਿਵ ਲਾ ਕੇ ਬੈਠੀ ਹੈ। ਸੁਰ ਨਰ ਨਾਥ ਸੱਚੇ ਸਰਨਾਈ। ਸੁਰ ਨਰ ਨਾਥ, ਦੇਵਤੇ ਮਨੁੱਖ, ਇਹ ਨਾਥ ਆਦਿਕ, ਇਹ ਉਸ ਸੱਚੇ ਪਰਮਾਤਮਾ ਦੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ। ਆਨੰਦ ਮੂਲ, ਉਹ ਆਨੰਦ ਦਾ ਮੂਲ ਹੈ। ਗੁਰੂ ਜੀ ਨੇ ਤੇ ਸ਼ਬਦ ਆਨੰਦ ਵਰਤਿਆ ਹੈ। ਉੱਥੇ ਉਹਦੇ ਕੋਲ ਉਹ ਜੜ ਹੈ ਆਨੰਦ ਦੀ। ਇਸੇ ਕਰਕੇ ਜੀ ਸਾਡੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆ, ਸਤ ਸੁਹਾਣ ਸਦਾ ਮਨ ਚਾਓ। ਉਹ ਸੋਗ ਵਾਲਾ ਨਹੀਂ,
ਉਹ ਮੱਥੇ ਤੇ ਤਿਉੜੀ ਪਾਉਣ ਵਾਲਾ ਨਹੀਂ। ਆਨੰਦ ਮੂਲ, ਉਹ ਆਨੰਦ ਦਾ ਮੂਲ ਹੈ, ਉਹ ਆਨੰਦ ਦੀ ਜੜ ਹੈ। ਸਾਰਾ ਆਨੰਦ ਉਹਦੇ ਵਿੱਚੋਂ ਨਿਕਲਦਾ ਪਿਆ ਹੈ। ਜੇ ਹੋਰ ਥੋੜਾ ਜਿਹਾ ਦੇਖਿਆ ਜਾਏ, ਭਾਵੇਂ ਕਈ ਬੰਦੇ ਬਾਹਰ ਮੁਖੀ ਜਿਹੜਾ ਸੰਸਾਰ ਹੈ ਇਹਦੇ ਵਾਸ਼ਨਾ ਵਿੱਚੋਂ ਉਸ ਸਵਾਦ ਨੂੰ, ਉਸ ਰਸ ਨੂੰ ਭੋਗਦੇ ਆ, ਜੇ ਡੂੰਘਾਈ ਵਿੱਚ ਦੇਖੋਗੇ, ਚੇਤੇ ਰੱਖਿਓ, ਇਹ ਵੀ ਰਸ ਉਹਦੇ ਵਿੱਚੋਂ ਹੀ ਨਿਕਲਦੇ ਪਿਆ। ਕਾਹੂ ਕੋਕ ਕੀ ਕਹਾਣੀ, ਕਾਹੂ ਰਾਜਾ, ਕਾਹੂ ਰਾਣੀ, ਕਾਹੂ ਨਰ ਕੋ ਪ੍ਰਕਾਰ ਹੋ। ਗੁਰੂ ਗੋਬਿੰਦ ਸਿੰਘ ਜੀ, ਉਹ ਆਨੰਦ ਦਾ ਸੋਮਾ ਹੈ। ਮੂਲ ਦਰਦ ਸੋਮਾ ਕਰਾਂਗੇ, ਸਾਰਾ ਆਨੰਦ ਉਹਦੇ ਵਿੱਚੋਂ ਨਿਕਲਦਾ, ਸਾਰੀਆਂ ਖੁਸ਼ੀਆਂ ਉਹਦੇ ਵਿੱਚੋਂ ਨਿਕਲਦੀਆਂ। ਉਹ ਆਪ ਆਨੰਦਿਤ ਹੈ, ਆਨੰਦੀ ਹੈ। ਗੁਰੂ ਜੀ ਕਹਿੰਦੇ ਆਨੰਦ ਮੂਲ ਅਨਾਥ, ਜਿਹਦਾ ਕੋਈ ਨਾਥ ਨਹੀਂ ਪਿਆਰਿਓ, ਉਹਨਾਂ ਦਾ ਉਹ ਮਾਲਕ ਹੈ। ਉਹਨਾਂ ਨੂੰ ਆਧਾਰੀ ਆਧਾਰ ਦਿੰਦਾ, ਅਨਾਥਾਂ ਦਾ ਆਧਾਰ ਹੈ ਤੇ ਆਨੰਦ ਦਾ ਸੋਮਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੇ ਉਸ ਦੀ ਭਗਤੀ ਕੀਤੀ, ਉਹਦਾ ਸਿਮਰਨ ਕੀਤਾ, ਉਹ ਸਹਿਜ ਅਵਸਥਾ ਨੂੰ ਮਾਣ ਰਹੇ ਹਨ। ਭਗਤ ਵਸ਼ਲ ਭੈ ਕਾਟਣ ਹਾਰੇ, ਭਗਤ ਵਛਲ, ਉਹ ਭਗਤੀ ਨੂੰ ਪਿਆਰ ਕਰਨ ਵਾਲੇ ਨੇ। ਭਗਤ ਵਛਲ ਦਾ ਅਰਥ ਭਗਤੀ ਨੂੰ ਪਿਆਰ ਕਰਨ ਵਾਲਾ। ਤੇ ਜਿਹੜੇ ਸਾਡੇ ਅੰਦਰ ਭੈ ਨੇ, ਡਰ ਨੇ, ਉਹਨਾਂ ਸਾਰਿਆਂ ਡਰਾਂ ਦੀਆਂ ਜੜ੍ਹਾਂ ਕੱਟਣ ਵਾਲਾ ਹੈ। ਭਗਤੀ ਨੂੰ ਪਿਆਰ ਕਰਨ ਵਾਲਾ, ਤੇ ਉਹਨੂੰ ਕੋਈ ਵੀ ਕਾਬੂ ਨਹੀਂ ਕਰ ਸਕਦਾ। ਗਿਆਨ ਨਾਲ, ਧਿਆਨ ਨਾਲ, ਜਪ ਨਾਲ, ਹੱਠ ਨਾਲ, ਤਪ ਨਾਲ, ਤਾਕਤ ਨਾਲ। ਹਾਂ, ਇੱਕ ਰੱਬ ਨੇ ਦਾਤ ਦੇ ਦਿੱਤੀ ਹੈ ਇਨਸਾਨ ਨੂੰ, ਕਹਿੰਦੇ ਜਿੰਨੀ ਭਗਤੀ ਕਰਦਾ ਨਾ ਕੋਈ, ਰੱਬ ਭਗਤੀ ਵਾਲਿਆਂ ਦੇ ਵਸ ਹੋ ਜਾਂਦਾ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਭਗਤ ਵਚਲ ਹੈ, ਭਗਤੀ ਨੂੰ ਪਿਆਰ ਕਰਦੇ ਨੇ, ਭੈ ਕੱਟਣ ਵਾਲੇ ਨੇ, ਸਭ ਉੱਤੇ ਬਖਸ਼ਿਸ਼ ਕਰਦੇ ਹਨ। ਹਉਮੈ ਮਾਰ ਮਿਲੇ ਪਗ ਧਾਰੇ, ਤੇ ਜਿਹੜੇ ਉਹਦੀ ਇਬਾਦਤ ਕਰਦੇ ਨੇ, ਉਹ ਹਉਮੈ ਨੂੰ ਮਾਰ ਕੇ ਆਪਣੀ ਮੈਂ ਮੇਰੀ ਨੂੰ ਮਿਟਾ ਦਿੰਦੇ ਨੇ, ਤੇ ਬਹੁਤ ਹੀ ਰੂਹਾਨੀਅਤ ਦੇ ਮਾਰਗ ਤੇ ਚੱਲਦੇ ਹੋਏ ਉਸ ਪ੍ਰਭੂ ਨੂੰ ਉਹ ਪਾ ਲੈਂਦੇ ਨੇ। ਅਨੇਕ ਯਤਨ ਕਰ ਕਾਲ ਸੰਤਾਏ, ਅਨੇਕ ਯਤਨ ਕਰ ਕਾਲ ਸੰਤਾਏ। ਅਨੇਕਾਂ ਯਤਨ ਇਨਸਾਨ ਕਰਦਾ ਹੈ, ਪਰ ਮੌਤ ਫਿਰ ਸਤਾਉਂਦੀ ਪਈ ਹੈ। ਜਿੰਨੇ ਅਸੀਂ ਯਤਨ ਕਰਨੇ ਆ, ਮੌਤ ਸਾਹਮਣੇ ਹਰ ਯਤਨ ਨਿਰਾਰਥਕ ਹੋ ਜਾਂਦਾ ਹੈ। ਜਿੰਨੀਆਂ ਦਵਾਈਆਂ ਨੇ, ਜਿੰਨੇ ਹਸਪੀਟਲ ਨੇ, ਜਿੰਨੇ ਡਾਕਟਰ ਨੇ, ਵੈਦ ਨੇ, ਹਕੀਮ ਨੇ, ਇਹ ਸਾਰੇ ਇਹੀ ਯਤਨ ਕਰ ਰਿਹਾ ਜਿਹੜਾ ਜੰਮਿਆ ਇਹ ਮਰੇ ਨਾ ਛੇਤੀ, ਭਾਵੇਂ ਉਹ ਬੱਚੇ ਰੂਪ 'ਚ। ਅਨੇਕ ਯਤਨ ਕਲਕਾਲ ਸੰਤਾਏ, ਬੜੇ ਯਤਨ ਕਰ ਰਹੇ ਆ, ਪਰ ਮੌਤ ਫਿਰ ਸਤਾਈ ਜਾਂਦੀ ਹੈ। ਕਾਲ ਫਿਰ ਨਹੀਂ ਮੁੜਦਾ ਪਿਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਇਨਸਾਨ ਨੂੰ ਸਤਾ ਰਿਹਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮਰਨ ਲਿਖਾਏ ਮੰਡਲ ਮੈਂ ਆਏ। ਮੰਡਲ ਦਾ ਅਰਥ ਕਰੀਏ ਜੀ ਇਹ ਸੰਸਾਰ, ਮਰਨ ਲਿਖਾਏ ਦਾ ਅਰਥ ਕਰਾਂਗੇ ਕਿ ਜਿੰਨੇ ਅਸੀਂ ਇਸ ਧਰਤੀ ਤੇ ਸਰੀਰ ਧਾਰੀ ਆਏ ਆ, ਇਕੱਲੇ ਇਨਸਾਨ ਨਹੀਂ, ਕੋਈ ਚੀਜ਼ ਜਿਹਦਾ ਵਜੂਦ ਹੈ, ਹਰ ਚੀਜ਼ ਉੱਤੇ ਨਾਸ਼ਵਾਨਤਾ ਦਾ ਲੇਖ ਰੱਬ ਨੇ ਲਿਖ ਕੇ ਭੇਜਿਆ ਹੈ। ਅਨੇਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ। ਅਸੀਂ ਜਨਮ ਬਾਅਦ ਚ ਲਿਆਏ, ਪਹਿਲਾਂ ਮੌਤ ਵਾਲਾ ਦਿਨ ਲਿਖਾ ਕੇ ਆਏ ਆ। ਮੰਡਲ ਮੈਂ ਆਏ, ਉਹ ਤਾਂ ਆਉਣੀ ਤਾਂ ਦਿੰਦਾ, ਪਹਿਲਾਂ ਲਿਖਦਾ ਤੂੰ ਵਾਪਸ ਕਦੋਂ ਆਉਣਾ। ਇਹ ਨਹੀਂ ਵੀ ਬੰਦਾ ਆ ਗਿਆ। ਗੁਰੂ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਲਿਖਿਆ, ਜਿਤ ਦਿਹਾੜਾ ਧਨ ਵਰੀ ਸਾਹੇ ਲਏ ਲਿਖਾਏ। ਉਹ ਸਾਹ ਲਿਖਾ ਕੇ ਆਇਆ, ਮੈਂ ਵੀ ਲਿਖਾਇਆ, ਤੁਸੀਂ ਵੀ ਲਿਖਾਇਆ, ਪਰ ਇੱਕ ਉਹਨੇ ਬੜਾ ਪਰਦਾ ਪਾ ਕੇ ਰੱਖਿਆ। ਆਏ ਸਾਰੇ ਲਿਖਾ ਕੇ ਆ, ਪਰ ਪਰਦਾ ਉਹਨੇ ਰੱਖਿਆ ਵੀ ਇਹਨੂੰ ਦੱਸਿਆ ਕੋਈ ਨਹੀਂ, ਤੂੰ ਕੱਲ ਮਰ ਜਾਣਾ। ਇਹਨੂੰ ਦੱਸਿਆ ਨਹੀਂ। ਮਰਨ ਲਿਖਾਏ ਮੰਡਲ ਮੈਂ ਆਏ, ਤਰੀਕ ਸਾਰਿਆਂ ਦੀ ਨਿਰਧਾਰਤ ਹੈ, ਪਰ ਇਹਨੂੰ ਨਹੀਂ ਦੱਸਿਆ ਵੀ ਤੂੰ ਇਨ ਤਰੀਕ ਨੂੰ ਚਲੇ ਜਾਣਾ। ਗੁਰੂ ਜੀ ਕਹਿੰਦੇ ਨੇ ਬੜੇ ਯਤਨ ਬੰਦਾ ਕਰਦਾ, ਮੌਤ ਸਤਾਉਂਦੀ ਹੈ। ਇਹ ਮਰਨ ਲਿਖਾ ਕੇ ਇਨਸਾਨ ਇਸ ਮੰਡਲ ਵਿੱਚ, ਸੰਸਾਰ ਵਿੱਚ ਆਇਆ ਹੈ। ਜਨਮ ਪਦਾਰਥ ਦੁਬਿਧਾ ਖੋਵਾ, ਇਨਸਾਨ ਦੁਬਿਧਾ ਵਿੱਚ ਪ੍ਰਵਿਰਤ ਹੋਇਆ, ਇਸ ਕੀਮਤੀ ਜਨਮ ਪਦਾਰਥ ਨੂੰ ਖੋ ਜਾਂਦਾ ਹੈ।
ਦੁਬਿਧਾ ਮੈਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਭਗਵਾਨ। ਦੁਬਿਧਾ ਵਿੱਚ ਇਹ ਫਸਿਆ ਹੋਇਆ ਹੈ ਤੇ ਜਿਹੜਾ ਜਨਮ ਬੜਾ ਅਮੋਲਕ ਹੈ, ਜਿਹਦੀ ਕੋਈ ਕੀਮਤ ਨਹੀਂ, ਦੁਰਲਭ ਹੈ, ਇਸ ਦੁਰਲਭ ਜਨਮ ਨੂੰ ਇਹ ਵਿਅਰਥ ਗਵਾਉਂਦਾ ਹੈ। ਆਪ ਨ ਚੀਨਸ ਭ੍ਰਮ ਭ੍ਰਮ ਰੋਵਾ। ਆਪਣਾ ਆਪ ਨਹੀਂ ਪਹਿਚਾਨਦਾ, ਮੈਂ ਕੌਣ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਆਪ ਪੜਚੋਲ ਨਹੀਂ ਰਿਹਾ, ਭਟਕਣਾ ਚ ਪਿਆ ਰੋ ਰਿਹਾ ਹੈ। ਕਹਿ ਤੋ ਪੜਤੋ ਸੁਣਤੋ ਏਕ। ਹਾਂ, ਜਿਨ੍ਹਾਂ ਨੇ ਉਸ ਰਸਤੇ ਤੇ ਤੁਰਨਾ, ਕਹਿ ਤੋ ਉਹ ਇੱਕ ਰੱਬ ਨੂੰ ਕਹਿੰਦੇ ਨੇ, ਪੜਤੋ ਇੱਕ ਨੂੰ ਹੀ ਪੜ੍ਹਦੇ ਨੇ ਤੇ ਇੱਕ ਪਰਮਾਤਮਾ ਨੂੰ ਸੁਣਦੇ ਨੇ। ਇੱਕ ਪ੍ਰਭੂ ਨੂੰ ਪੜ੍ਹਦੇ ਨੇ, ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਹੀ ਸੁਣਦੇ ਹਨ। ਧੀਰਜ ਧਰਮ ਧਰਨੀ ਧਰ ਟੇਕ। ਉਹਨਾਂ ਦੇ ਅੰਦਰ ਧੀਰਜ ਧਰਮ ਮੁਕੰਮਲ ਤੌਰ ਤੇ ਅੰਦਰ ਧੀਰਜ ਆ ਜਾਂਦਾ, ਉਹ ਧੀਰਜ ਵਾਲੇ ਨੇ। ਉਹ ਰੂਹਾਨੀ ਧਰਮ ਨੂੰ ਧਾਰਨ ਕਰਦੇ ਆ। ਧਰਨੀ ਧਰ ਟੇਕ, ਧਰਨੀ ਧਰ ਦਾ ਅਰਥ ਹੈ ਧਰਤੀ ਦਾ ਸਹਾਰਾ ਪ੍ਰਮਾਤਮਾ, ਇਹ ਉਸ ਦੀ ਟੇਕ ਲੈਂਦੇ ਹਨ। ਜਤ ਸਤ ਸੰਜਮ ਹਿਰਦੈ ਸਮਾਏ। ਜਤ ਸਤ ਸੰਯਮ ਹਿਰਦੈ ਸਮਾਏ, ਉਸ ਦਿਨ ਅਰਥ ਕੀਤੇ ਸਨ। ਜਤ ਦਾ ਅਰਥ ਹੁੰਦਾ ਹੈ ਆਪਣੀਆਂ ਇੰਦਰੀਆਂ ਤੇ ਕਾਬੂ ਪਾਣਾ। ਅਗਲਾ ਸ਼ਬਦ ਹੈ ਸਤ, ਉਹ ਸਤ ਜਿਹੜਾ ਨਾਮ ਹੈ। ਤੇ ਸੰਜਮ ਦਾ ਸੰਬੰਧ ਵੀ ਤਕਰੀਬਨ ਜਤ ਦੇ ਨਾਲ ਨੇੜੇ ਹੈ। ਕੰਟਰੋਲ ਕਰਨਾ, ਸੈਲਫ ਕੰਟਰੋਲ। ਮਹਾਰਾਜ ਕਹਿੰਦੇ ਨੇ ਉਹ ਸਭ ਕੁਝ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ। ਕਿਹਨਾਂ ਦੇ? ਜਿਹੜੇ ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਪੜ੍ਹਦੇ ਨੇ, ਇੱਕ ਨੂੰ ਸੁਣਦੇ ਨੇ, ਉਹਨਾਂ ਦੇ ਅੰਦਰ ਇਹ ਟਿਕ ਜਾਂਦਾ ਹੈ। ਚੌਥੇ ਪਦ ਕੋ ਜੇ ਮਨ ਪਤਿਆਏ। ਚੌਥੇ ਪਦ ਕੋ ਜੇ ਮਨ ਪਤਿਆਏ, ਉਹਨਾਂ ਦਾ ਅੰਦਰ ਜਿਹੜਾ ਚੌਥੇ ਪਦ ਤੇ ਤੁਰਿਆ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ, ਮਨ ਪਤੀ ਜਾਂਦਾ ਹੈ। ਸਾਚੇ ਨਿਰਮਲ ਮੈਲ ਨਾ ਲਾਗਾ। ਉਹ ਸੱਚੇ ਪਰਮਾਤਮਾ ਨਾਲ ਜੁੜੇ ਨੇ, ਮੈਲ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਪਰਮ ਪਉ ਭਾਗਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦੇ ਭਰਮ, ਉਹਨਾਂ ਦੇ ਭੈ ਸਾਰੇ ਚਲੇ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ। ਅਖੀਰ ਤੇ ਧੰਨ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਆ, ਸੂਰਤ ਜਿਹਦਾ ਸਵਰੂਪ ਬੜਾ ਸੋਹਣਾ ਹੈ। ਮੂਰਤ ਦਾ ਅਰਥ ਵਜੂਦ। ਮਹਾਰਾਜ ਕਹਿੰਦੇ ਆ ਆਦ ਜਿਹੜਾ ਸਭ ਦਾ ਮੁੱਢ ਹੈ। ਅਨੂਪ ਜਿਹਦੀ ਉਪਮਾ ਕਿਸੇ ਦੇ ਨਾਲ ਕੀਤੀ ਨਹੀਂ ਜਾ ਸਕਦੀ, ਉਹਦੀ ਉਪਮਾ ਕੋਈ ਨਹੀਂ। ਜਿਹੜਾ ਸੋਹਣੇ ਰੂਪ ਵਾਲਾ ਹੈ, ਵਜੂਦ ਵਾਲਾ ਹੈ, ਸਭ ਦਾ ਆਦ ਹੈ ਤੇ ਅਨੁਪਮ, ਜਿਸ ਦੀ ਕੋਈ ਉਪਮਾ ਨਹੀਂ। ਨਾਨਕ ਜਾਚੈ ਸਾਚ ਸਰੂਪ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਇਸ ਸੱਚੇ ਸਵਰੂਪ ਪਾਰ ਬ੍ਰਹਮ ਪਰਮੇਸ਼ਵਰ ਦੀ ਜਾਚਨਾ ਕਰਨਾ ਵਾ, ਇਹਦੀ ਮੰਗ ਕਰਦਾ ਹਾਂ। ਇਸ ਸਾਰੀ ਅਸ਼ਟਪਦੀ ਵਿੱਚ ਗੁਰੂ ਸਾਹਿਬ ਨੇ ਦੋ ਹੀ ਗੱਲਾਂ ਸਾਨੂੰ ਸਮਝਾਈਆਂ ਨੇ। ਬੇਖੰਸ ਬਿਰਤੀ ਵਾਲੇ ਨਾਮ ਰਤਨ ਦਾ ਖਜ਼ਾਨਾ ਮੰਨਦੇ ਨੇ, ਬਗਲੇ ਬਿਰਤੀ ਵਾਲੇ ਔਗਣ ਇਕੱਠੇ ਕਰਕੇ ਚਲੇ ਜਾਂਦੇ ਆ। ਗੁਰੂ ਜੀ ਅੱਗੇ ਅਰਦਾਸ ਕਰੀਏ। ਆਪਣੀ ਮੈਂ ਗੱਲ ਕਰ ਰਿਹਾ ਹੈ, ਅਸੀਂ ਬਗਲ ਬਿਰਤੀ, ਕਾਗ ਬਿਰਤੀ, ਪਰ ਸਤਿਗੁਰੂ ਤੇਰੇ ਕੋਲ ਇੰਨੀ ਤਾਕਤ ਹੈ। ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ। ਤੂੰ ਸਮਰੱਥ ਹੈ, ਤੂੰ ਜਾਏ ਤਾਂ ਕਾਂ ਤੂੰ ਹੰਸ ਬਣਾ ਦੇ। ਜਿਹੜਾ ਗੰਦਗੀ 'ਚ ਚੁੰਝਾਂ ਮਾਰਦਾ ਉਹਨੂੰ ਤੂੰ ਦੁੱਧ ਚੁਣਨ ਦੀ ਜਾਚ ਦੱਸ ਦੇ। ਸਾਡੀ ਸੁਰਤ ਵਾਸ਼ਨਾ ਦੀ ਗੰਦਗੀ ਵਿੱਚ ਡੁੱਬੀ ਹੈ, ਜੇ ਤੂੰ ਕਿਰਪਾ ਕਰ ਗਏ ਤੇ ਕਾਂ ਬਿਰਤੀ ਨੂੰ ਹੰਸ ਬਿਰਤੀ ਬਣਾ ਦੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਇਸ ਅੰਮ੍ਰਿਤ ਬਚਨ ਦੇ ਅੰਤਲੀਆਂ ਤੁਕਾਂ ਫਿਰ ਸਰਵਣ ਕਰੋ ਜੀ। ਸਾਚੇ ਨਿਰਮਲ ਮੈਲ ਨਾ ਲਾਗਾ। ਗੁਰ ਕਾ ਸ਼ਬਦ ਪਰਮ ਪਉ ਭਾਗਾ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ